ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਦਾ ਜਨਮ 15 ਅਪ੍ਰੈਲ 1563 ਦੇ ਵਿੱਚ ਬੀਬੀ ਭਾਨੀ ਜੀ ਦੀ ਕੁੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਤੇ ਸਤਿਗੁਰਾਂ ਦੇ ਜੀਵਨ ਦੀ ਜਿਹੜੀ ਮੁੱਢਲੀ ਜਾਣਕਾਰੀ ਆ, ਆਪ ਜੀ ਦਾ ਬਚਪਨ ਨਾਨਾ ਜੀ ਦੀ ਗੋਦ ਵਿੱਚ ਬਹੁਤਾ ਟਾਈਮ ਗੁਜ਼ਰਿਆ। ਨਾਨਾ ਜੀ ਕੌਣ ਨੇ? ਧੰਨ ਗੁਰੂ ਅਮਰਦਾਸ ਮਹਾਰਾਜ। ਤੇ ਗੁਰਬਾਣੀ ਵੀ ਪਾਤਸ਼ਾਹ ਜੀ ਦੀ ਸਾਨੂੰ ਪ੍ਰੇਰਿਤ ਕਰਦੀ ਹੈ, ਧੰਨ ਜਨਨੀ ਜਿਨ ਜਾਇਆ। ਧੰਨ ਪਿਤਾ ਪ੍ਰਧਾਨ, ਉਹ ਜਨਨੀ ਉਹ ਮਾਂ ਵੀ ਧੰਨਤਾ ਦੇ ਯੋਗ ਹੈ, ਵਡਭਾਗੀ ਹੈ। ਉਹ ਬਾਪ ਵੀ ਵੱਡੇ ਭਾਗਾਂ ਵਾਲਾ, ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਨਿਆਣੇ ਸਿੱਧੇ ਰਸਤੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਰਗ ਤੇ ਚੱਲ ਪੈਣ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਿਰਧ ਅਵਸਥਾ ਦੇ ਵਿੱਚ ਆਪਣੇ ਕਿਸੇ ਸਥਾਨ ਤੇ ਸੁਸ਼ੋਭਿਤ ਹੋ ਕੇ ਜ਼ਰੂਰੀ ਕਾਰਜਾਂ ਦੇ ਵਿੱਚ ਰੁੱਝੇ ਹੋਏ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਿੜਦੇ ਰਿੜਦੇ, ਮੰਨਿਆ ਜਾਂਦਾ ਵੀ ਇੱਕ ਗੇਂਦ ਦੇ ਪਿੱਛੇ ਜੋ ਲੀਰਾਂ ਦੀ ਬਣੀ ਹੋਈ ਗੇਂਦ ਆ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਸ ਅਸਥਾਨ ਤੇ, ਜਿਸ ਕਮਰੇ ਦੇ ਵਿੱਚ ਆਪਣੇ ਜ਼ਰੂਰੀ ਕਾਰਜ ਦੇ ਵਿੱਚ ਨੇ, ਉਸ ਕਮਰੇ ਦੇ ਵਿੱਚ ਚਲੇ ਗਏ। ਤੇ ਜਦੋਂ ਗਏ ਨੇ ਤੇ ਸਿਰ ਨਾਲ ਦਰਵਾਜ਼ਾ ਖੋਲ੍ਹਿਆ। ਗੁਰੂ ਪਾਤਸ਼ਾਹ ਨੇ ਇੱਕ ਸੰਕੇਤ ਵੇਖਿਆ ਤੇ ਫਿਰ ਪਾਤਸ਼ਾਹ ਜੀ ਦੇ ਮੰਜੇ ਥੱਲੇ, ਉਸ ਬੈੱਡ ਦੇ ਥੱਲੇ ਚਲੇ ਗਏ। ਬੀਬੀ ਭਾਨੀ ਭੱਜੀ ਭੱਜੀ ਆਉਂਦੀ ਆ ਤੇ ਆ ਕੇ ਪਿਆਰ ਦੇ ਵਿੱਚ ਆਪਣੇ ਬੱਚੇ ਨੂੰ ਝਿੜਕਦੀ ਵੀ ਆ, ਤੁਸੀਂ ਗੁਰੂ ਪਿਤਾ ਨੂੰ ਡਿਸਟਰਬ ਕਰਦੇ ਹੋ, ਟਿਕਦੇ ਨਹੀਂ, ਜਿਹੋ ਜੀ ਮਾਂ ਦੀ ਬੋਲੀ ਹੁੰਦੀ ਆ। ਤੇ ਨਾਨਾ ਪਿਤਾ ਜੀ ਕਹਿੰਦੇ ਨੇ, ਨਹੀਂ ਬੇਟਾ, ਇਹ ਕਰਨੀ ਵਾਲਾ ਯੋਧਾ, ਸੰਕੇਤ ਦਿੱਤਾ, ਇੱਕ ਇਸ਼ਾਰਾ ਕੀਤਾ। ਜਿਸ ਤਰ੍ਹਾਂ ਇਹਨੇ ਅੱਜ ਦਰਵਾਜ਼ਾ ਸਿਰ ਲਾ ਕੇ ਖੋਲ੍ਹਿਆ, ਆਉਣ ਵਾਲੇ ਟਾਈਮ ਦੇ ਵਿੱਚ ਵੀ ਅਗਿਆਨਤਾ ਦੇ ਵਿੱਚ ਫਸੀ ਹੋਈ ਦੁਨੀਆ ਨੂੰ ਜਗਾਉਣ ਦੇ ਲਈ, ਵਿਭਚਾਰਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਲਈ, ਇਸ ਮਹਾਨ ਕਰਨੀ ਦੇ ਮਾਲਕ ਵੱਲੋਂ ਸਿਰ ਦੇ ਜ਼ੋਰ ਤੇ ਦਰਵਾਜ਼ਾ ਖੋਲ੍ਹਿਆ ਜਾਵੇਗਾ। ਇੱਕ ਇਸ਼ਾਰਾ ਸੀ। ਲੋੜ ਪੈਣ ਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਲੋੜ ਪੈਣ ਤੇ ਸਿਰ ਦੇ ਕੇ ਕੌਮ ਦਾ ਦਰਵਾਜ਼ਾ ਖੋਲ ਕੇ ਕੌਮ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਕੱਢਣਗੇ। ਤੇ ਸੱਚਾ ਗੁਰੂ ਪਾਤਸ਼ਾਹ ਨੇ ਆਪਣਾ ਤਨ ਸਾਡੇ ਲਈ ਕੁਰਬਾਨ ਕੀਤਾ। ਭਾਵੇਂ ਸਾਨੂੰ ਸੋਹਣੀਆਂ ਸੇਜਾਂ ਤੇ ਬਹਾ ਗਏ, ਅੱਜ ਅਸੀਂ ਸੋਹਣੇ ਜੀਵਨ ਜਿਉਂਦੇ ਹਾਂ, ਪਰ ਗੁਰੂ ਪਾਤਸ਼ਾਹ ਨੇ ਸਾਡੇ ਲਈ, ਸੱਚ ਲਈ, ਦੁਨੀਆ ਨੂੰ ਅਗਿਆਨਤਾ ਤੋਂ ਕੱਢਣ ਦੇ ਲਈ ਆਪਣਾ ਤਨ ਤੱਤੀ ਲੋਹ ਤੇ ਬਹਾ ਕੇ, ਤਸੀਹੇ ਝੱਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਸ਼ਹੀਦੀ ਪਾ ਗਏ। ਪਰ ਇਹ ਬਾਪੂ ਨਾਨਾ ਜੀ ਵੱਲੋਂ ਕਹੇ ਹੋਏ ਬਚਨ ਨੇ, ਦੋਹੇ ਧਾ ਬਾਣੀ ਕਾ ਬੋਹਿ ਥਾ। ਇਹ ਬਾਣੀ ਦਾ ਜਹਾਜ਼ ਹੈ। ਤੇ ਆਪ ਸਾਰੇ ਜਾਣਦੇ ਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਮਹਾਂਪੁਰਖਾਂ ਨਾਲੋਂ ਬਾਣੀ ਵੱਧ ਆ। ਸਾਰੇ ਮਹਾਂਪੁਰਖ ਭਾਵੇਂ ਭੱਟ ਨੇ, ਭਾਵੇਂ
ਭਗਤ ਨੇ, ਭਾਵੇਂ ਗੁਰਸਿੱਖ ਨੇ ਤੇ ਭਾਵੇਂ ਗੁਰੂ ਹੈ, ਸਾਰੇ ਗੁਰੂ ਸਾਹਿਬ ਮਹਾਂਪੁਰਖ ਸਤਿਕਾਰਯੋਗ ਨੇ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹ ਵਡਿਆਈ ਮਿਲੀ ਆ, ਉਹਨਾਂ ਦੇ ਜੀਵਨ ਦੇ ਵਿੱਚ ਇਹ ਸੇਵਾ ਉਹਨਾਂ ਦੇ ਹਿੱਸੇ ਆਈ ਹੈ। ਉਹਨਾਂ ਨੇ ਸਭ ਤੋਂ ਵੱਧ ਰਚਨਾ ਗੁਰਬਾਣੀ ਦੀ ਕੀਤੀ ਹੈ। ਪ੍ਰਮੁੱਖ ਬਾਣੀਆਂ ਸੁਖਮਨੀ ਸਾਹਿਬ 12 ਮਹਾ, ਮਾਰੂ ਰਾਗ ਦੇ ਵਿੱਚ ਪਾਵਨ ਬਾਣੀ ਗੁਰੂ ਪਾਤਸ਼ਾਹ ਦੀਆਂ ਨੇ, ਜੋ ਆਪਾਂ ਰੋਜ਼ਾਨਾ ਰੂਟੀਨ ਦੇ ਵਿੱਚ ਆਦਿਕ ਪੜ੍ਹਦੇ ਸੁਣਦੇ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਫਿਰ ਜਿਉਂ-ਜਿਉਂ ਵੱਡੇ ਹੁੰਦੇ ਨੇ ਤੇ ਆਪਾਂ ਨੂੰ ਪਤਾ ਵਡਿਆਈ ਮਿਲਦੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕੁਦਰਤੀ ਗੱਲ ਆ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਆ, ਜਿਹੜਾ ਵੀ ਗੁਰਮੁਖ ਪਿਆਰਾ, ਜਿਹੜਾ ਵੀ ਪ੍ਰਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ, ਉਹਦੀ ਰੀਤ ਦੇ ਮੁਤਾਬਕ, ਉਹਦੇ ਸਿਧਾਂਤ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦਾ, ਜਾਣੀ ਕਿ ਤੁਰਦਾ ਹੈ। ਜਾਣੀ ਕਿ ਤੁਰਦਾ ਹੈ ਨਾ, ਤਾਂ ਫਿਰ ਕੀ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਵਿੱਚੋਂ ਉਹਨਾਂ ਸੱਜਣਾ ਨੂੰ ਵਡਿਆਈ ਮਿਲਦੀ ਆ। ਇਹ ਕੇਵਲ ਇਹ ਰਿਸ਼ਤਾ ਇਦਾਂ ਨਹੀਂ ਵੀ ਖੂਨ ਦੇ ਵਿੱਚ ਰਿਸ਼ਤਾ, ਵੀ ਖੂਨ ਦੇ ਵਿੱਚ ਰਹਿਣ ਵਾਲਿਆਂ ਨੂੰ ਵਡਿਆਈ ਮਿਲੂ ਨਾ। ਜਿੱਥੇ ਗੁਣ ਨੇ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇੱਕ ਨਾਦੀ ਪੁੱਤ ਹੁੰਦਾ, ਇੱਕ ਬਿੰਦੀ ਪੁੱਤ ਹੁੰਦਾ। ਇੱਕ ਜਿਹੜਾ ਪੁੱਤ ਖੂਨ ਚੋਂ ਜੰਮਿਆ ਉਹ ਹੁੰਦਾ, ਇੱਕ ਉਹ ਪੁੱਤ ਹੁੰਦਾ ਜਿਹੜਾ ਗਿਆਨ ਚੋਂ ਜੰਮਿਆ। ਤੇ ਬਾਬੇ ਨਾਨਕ ਦੇ ਘਰ ਦਾ ਸਿਧਾਂਤ ਆ, ਜਿੱਥੇ ਗਿਆਨ ਦੇ ਵਿੱਚੋਂ ਪੁੱਤ ਦਾ ਜਨਮ ਹੁੰਦਾ, ਬਖਸ਼ਿਸ਼ ਉੱਥੇ ਹੁੰਦੀ ਆ। ਉਹ ਭਾਵੇਂ ਆਪਣੇ ਘਰ ਦੇ ਵਿੱਚ ਹੋਵੇ, ਭਾਵੇਂ ਬਾਬਾ ਲਹਿਣਾ ਜੀ ਹੋਵੇ, ਭਾਵੇਂ ਕੁੜਮ ਹੋਵੇ ਤੇ ਭਾਵੇਂ ਪ੍ਰਾਹੁਣਾ ਹੋਵੇ। ਗੁਰੂ ਰਾਮਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਦੇ ਘਰ ਦੇ ਜਵਾਈ ਆ ਨਾ, ਤੇ ਗੱਦੀ ਗੁਰੂ ਰਾਮਦਾਸ ਮਹਾਰਾਜ ਨੂੰ ਦਿੱਤੀ ਹੈ, ਕਿਉਂਕਿ ਬਖਸ਼ਿਸ਼ ਆ। ਉੱਥੇ ਪੁੱਤ ਪਿੱਛੇ ਆ, ਪ੍ਰਾਹੁਣਾ ਮੂਹਰੇ ਆ, ਕੁੜਮ ਮੂਹਰੇ ਆ, ਆਪਣੇ ਹੋਰ ਪੁੱਤ ਪਰਿਵਾਰ ਪਿੱਛੇ ਆ। ਬਾਬਾ ਲਹਿਣਾ ਜੀ ਮੂਹਰੇ ਆ, ਪੁੱਤ ਪਿੱਛੇ ਨੇ। ਕਿਉਂ? ਕਿਉਂਕਿ ਉਹ ਅੱਗੇ ਨੇ ਗੁਰੂ ਨਾਨਕ ਦੇ ਘਰ 'ਚ, ਜਿਨ੍ਹਾਂ ਨੇ ਗੁਰੂ ਨਾਨਕ ਦੀ ਗੱਲ ਨੂੰ ਮੰਨ ਕੇ ਜੀਵਨ 'ਚ ਕਮਾਇਆ। ਫਿਰ ਪੰਜ ਪਿਆਰਿਆਂ ਦੀ ਜੇ ਗੱਲ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਟਾਈਮ ਤੇ ਸਿੱਖ ਪੰਥ ਦੀ ਬਾਂਗ ਡੋਰ ਪੰਜ ਪਿਆਰਿਆਂ ਦੇ ਹੱਥ ਵਿੱਚ ਦਿੰਦੇ ਨੇ, ਤੇ ਨਾਲ ਪੰਜ ਪਿਆਰਿਆਂ ਤੋਂ ਖੰਡੇ ਕੀ ਪਹੁਲ ਤਿਆਰ ਕਰਵਾ ਕੇ ਆਪ ਵੀ ਛਕਦੇ ਨੇ, ਤੇ ਅਨੇਕਾਂ ਗੁਰੂ ਦੇ ਪਿਆਰਿਆਂ ਨੂੰ ਛਕਾਉਂਦੇ ਵੀ ਨੇ। ਉਸ ਟਾਈਮ ਦੇ ਦ੍ਰਿਸ਼ ਨੂੰ ਜਦੋਂ ਵੇਖਦੇ ਆ, ਤਾਂ ਗੁਰੂ ਪਾਤਸ਼ਾਹ ਨੇ ਵਡਿਆਈ ਆਪਣੇ ਖੂਨ 'ਚ ਨਹੀਂ ਦਿੱਤੀ। ਵਡਿਆਈ ਆਪਣੇ ਖੂਨ 'ਚ ਨਹੀਂ, ਵਡਿਆਈ ਉਹਨਾਂ ਨੂੰ ਬਖਸ਼ੀ ਆ, ਭਾਵੇਂ ਕੋਈ ਲਾਹੌਰ ਦਾ, ਭਾਵੇਂ ਕੋਈ ਦਿੱਲੀ ਦਾ, ਤੇ ਭਾਵੇਂ ਕੋਈ ਕਰਨਾਟਕ ਦਾ, ਭਾਵੇਂ ਗੁਜਰਾਤ ਦਾ, ਤੇ ਭਾਵੇਂ ਜਗਨਨਾਥਪੁਰੀ ਆ। ਕੋਈ ਵੀ ਆ, ਕਿਤੋਂ ਵੀ ਆ, ਛੋਟੀ ਜਾਤ ਦਾ ਭਾਵੇਂ ਵੱਡੀ ਜਾਤ ਦਾ, ਵਡਿਆਈ ਉਹਨਾਂ ਨੂੰ ਜਿਨ੍ਹਾਂ ਨੇ ਹੁਕਮ ਮੰਨਿਆ। ਉਹਨਾਂ ਨੇ ਹੁਕਮ ਮੰਨਿਆ ਨਾ, ਤੇ ਗੁਰੂ ਪਾਤਸ਼ਾਹ ਕਹਿੰਦੇ ਇੱਕ ਸੀਸ ਚਾਹੀਦਾ, ਤੇ ਅਗਲਾ ਸੀਸ ਦੇਣ ਲਈ ਤਿਆਰ ਹੋ ਗਿਆ। ਤੇ ਅੱਜ ਪਿਆਰ ਵਾਲਿਓ ਮਾਫ ਕਰਨਾ, ਇਸੇ ਪੁਆਇੰਟ ਨੂੰ ਆਪਾਂ ਉਲਟਾ ਕਰਕੇ ਵੇਖੋ। ਇਸੇ ਗੱਲ ਨੂੰ ਨਾ ਆਪਾਂ ਉਲਟਾ ਕੇ ਵੇਖਣਾ, ਆਪਣੇ ਜੀਵਨ ਨਾਲ ਮਿਲ ਕੇ ਵੇਖਣਾ। ਗੁਰੂ ਸੀਸ ਮੰਗਦਾ, ਗੁਰੂ ਦਾ ਸਿੱਖ ਤਿਆਰ ਹੋ ਜਾਂਦਾ। ਅੱਜ ਗੁਰੂ ਬਹੁਤ ਕੁਛ ਮੰਗਦਾ ਸਾਡੇ ਤੋਂ, ਪਰ ਪਿਆਰ ਵਾਲੇ ਕਿੰਨੇ ਕ ਆਪਾਂ ਜਿੰਨੇ ਕ ਗੁਰੂ ਦੇ ਕਹੇ ਅਨੁਸਾਰ ਤਿਆਰ ਹੁੰਦੇ ਆ ਵੀ ਪਾਤਸ਼ਾਹ ਅਸੀਂ ਤੇਰੇ ਲਈ ਜਾਨ ਵਾਰਨ ਲਈ ਤਿਆਰ ਆ। ਤੇ ਪਾਤਸ਼ਾਹ ਨੇ ਪਰ ਅੱਜ ਸਾਡੀ ਜਾਨ ਲੈਣੀ ਨਹੀਂ। ਪਾਤਸ਼ਾਹ ਤੇ ਇਹੀ ਗੱਲ ਕਹਿੰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਮੈਂ ਤਾਂ ਪੁੱਤ ਤੋਂ ਬਾਣੀ ਗਵਾਉਣੀ ਆ, ਪਰ ਫਿਰ ਵੀ ਸਾਡੀ ਗਿਣਤੀ ਥੋੜੀ ਆ, ਮਾਲਕ ਭਲਾ ਕਰੇ। ਪਰ ਉਹਨਾਂ ਨੇ ਹੁਕਮ ਮੰਨਿਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਨ੍ਹਾਂ ਨੇ ਹੁਕਮ ਮੰਨਿਆ ਉਹ ਮਾਲਕ ਦੇ ਦਰ ਤੇ ਕਬੂਲ ਹੋ ਗਏ। ਗੱਲ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਪਿਆਰ ਦੇ ਵਿੱਚ ਗੁਰੂ ਦਾ, ਗੁਰੂ ਪਿਤਾ ਦਾ ਹਰ ਇੱਕ ਬਚਨ, ਹਰ ਇੱਕ ਹੁਕਮ ਮੰਨਦੇ ਨੇ। ਤੇ ਆਖਰਕਾਰ ਆਪਾਂ ਨੂੰ ਪਤਾ, ਇੱਕ ਦਿਨ ਸਮਾਂ ਆਉਂਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇ ਦਿੰਦੇ ਆ। ਜਾਣੀ ਕਿ ਜ਼ਿੰਮੇਵਾਰੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਦੇ ਦਿੰਦੇ ਨੇ। ਤੇ ਉਸ ਟਾਈਮ ਤੇ ਪ੍ਰਿਥੀ ਚੰਦ ਨੇ, ਆਪਾਂ ਪਿੱਛੇ ਵੀ ਸੁਣਿਆ, ਝਗੜਾ ਕੀਤਾ ਸੀ।
ਤੇ ਪੰਜਵੇਂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਸ਼ਬਦ ਵੀ ਉਚਾਰਨ ਕੀਤਾ, ਕਾਹੇ ਪੂਤ ਝਗੜਤ ਹਉ ਸੰਗ ਬਾਪ। ਕਿਉਂ ਕਮਲਿਆ ਆਪਣੇ ਬਾਪ ਦੇ ਨਾਲ ਝਗੜਦਾ? ਪਰ ਝਗੜਨ ਦਾ ਕਾਰਨ ਕੀ ਸੀ? ਕਿਉਂਕਿ ਵੱਡਾ ਮੈਂ ਆ। ਪਰ ਇਹ ਜਿੱਥੇ ਆਪਾਂ ਗੱਲ ਕੀਤੀ ਨਾ ਵੀ ਖੂਨੀ ਪੱਖ ਨਹੀਂ, ਇੱਥੇ ਨਾਦੀ ਪੱਖ, ਬਿੰਦੀ ਦਾ ਪੱਖ ਨਹੀਂ, ਇੱਥੇ ਨਾਦ ਦਾ, ਗਿਆਨ ਦਾ ਪੱਖ ਆ। ਜਿਹਦੇ ਕੋਲੇ ਗਿਆਨ ਆ, ਬਖਸ਼ਿਸ਼ ਉਹਨਾਂ ਤੇ ਆ। ਇਵੇਂ ਜਿਵੇਂ ਜਦੋਂ ਆਪਾਂ ਦੂਜਾ ਪਾਸਾ ਵੇਖਦੇ ਆ ਨਾ, ਇੱਥੇ ਗੁਰੂ ਪਾਤਸ਼ਾਹ ਉਮਰ ਕਰਕੇ ਵੱਡੇ ਨੂੰ ਨਹੀਂ ਵੇਖਦੇ। ਹੁਣ ਕਈ ਵਾਰ ਆਪਾਂ ਵੇਖਦੇ ਨਾ, ਉਮਰ ਤਾਂ 70 ਸਾਲ ਦੀ ਆ, 80 ਸਾਲ ਦੀ ਆ, ਕੰਮ ਕਿੰਨੇ ਨਕੰਮੇ ਨੇ। ਤੇ ਆਮ ਹੀ ਵੇਖਣ ਨੂੰ ਮਿਲਦਾ ਉਮਰ 16 ਸਾਲ ਦੀ ਹੈ, ਚੜ੍ਹਦੀ ਜਵਾਨੀ, ਪਰ ਕਹਾਉਂਦੇ ਕੀ ਆ? ਬਾਬੇ। ਫਰਕ ਆ ਨਾ ਇਸ ਗੱਲ ਦੇ ਵਿੱਚ। ਗੁਰੂ ਉਮਰ ਵੀ ਨਹੀਂ ਵੇਖਦਾ, ਕਿਹਦੀ ਉਮਰ ਛੋਟੀ ਆ ਕਿਹਦੀ ਵੱਡੀ ਆ, ਗੁਰੂ ਬਸ ਗੁਣ ਵੇਖਦਾ। ਦੁਨੀਆ ਦੇ ਵਿੱਚ ਕਿਸੇ 7 ਸਾਲ ਦੇ ਬੱਚੇ ਨੂੰ, 9 ਸਾਲ ਦੇ ਬੱਚੇ ਨੂੰ ਆਪਾਂ ਬੁਲਾਉਣੇ ਆ ਨਾ, ਤਾਂ ਪੁੱਤ ਕਹਿ ਕੇ ਬੁਲਾਉਣੇ ਆ। ਕਿਸੇ ਨਿਆਣੇ ਨੂੰ ਬੁਲਾਉਣੇ ਆ ਨਾ, ਤਾਂ ਆਪਾਂ ਨਾਮ ਲੈ ਕੇ ਬੁਲਾਉਣੇ ਆ, ਜੋ ਬੱਚੇ ਦਾ ਨਾਮ ਆ। ਜੇ ਆਪਾਂ ਇਦਾਂ ਦੇ ਲਫ਼ਜ਼ ਬੋਲਦੇ ਆ, ਰਾਜੇ, ਬੇਟਾ, ਬੇਟੀ, ਪੁੱਤਰ, ਨਾਮ ਲੈ ਕੇ ਇਦਾਂ ਬੁਲਾਉਣੇ ਆ ਆਪਾਂ। ਪਰ ਇਤਿਹਾਸ ਦੀ ਮਿਸਾਲ ਆ, ਦਸ਼ਮੇਸ਼ ਪਿਤਾ ਦੇ ਘਰ ਦੀ ਇੱਕ ਬਖਸ਼ਿਸ਼ ਆ। ਇੱਥੇ 7 ਤੇ 9 ਸਾਲ ਦੇ ਬੱਚਿਆਂ ਨੂੰ ਸਾਡਾ ਇਤਿਹਾਸ ਬਾਬੇ ਕਹਿ ਕੇ ਬੁਲਾਉਂਦਾ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਪਰ ਪਿਆਰ ਵਾਲਿਓ ਚੇਤਾ ਰੱਖਿਓ, ਅਜੇ ਅਸੀਂ ਉਮਰ ਕਰਕੇ ਬਹੁਤ ਵੱਡੇ ਹੋ ਗਏ, 70, 80, 90 ਸਾਲ ਦੇ ਹੋ ਗਏ, ਪਰ ਵਾਹਿਗੁਰੂ ਭਲਾ ਕਰੇ, ਅਜੇ ਸਾਨੂੰ ਨਾ ਤਾਂ ਸਾਡੇ ਘਰ ਵਿੱਚ ਕੋਈ ਬਾਬਾ ਕਹਿੰਦਾ, ਤੇ ਨਾ ਸਾਨੂੰ ਸਾਡੇ ਕੋਈ ਮੁਹੱਲੇ ਵਿੱਚ, ਨਾ ਨਗਰ ਵਿੱਚ ਬਾਬਾ ਕਹਿੰਦਾ। ਕਿਉਂ? ਕਿਉਂਕਿ ਕਰਤੂਤਾਂ ਬਾਬਿਆਂ ਵਾਲੀਆਂ ਨਹੀਂ ਹਨ, ਲੱਛਣ ਬਾਬਿਆਂ ਵਾਲੇ ਨਹੀਂ, ਲੱਛਣ ਗਲਤ ਨੇ। ਇਸ ਕਰਕੇ ਇਤਿਹਾਸ ਬਾਬਾ ਲਫ਼ਜ਼ ਬੋਲਦਾ। 13 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਬੂੜਾ ਜੀ ਨੂੰ ਬਾਬਾ ਬੁੱਢਾ ਜੀ ਦਾ ਖਿਤਾਬ ਦਿੱਤਾ, ਬਾਬਾ ਬੁੱਢਾ ਜੀ। ਤੇ ਪਿਆਰ ਵਾਲਿਓ ਚੇਤਾ ਰੱਖਿਓ, ਬਾਬੇ ਦਾ ਅਰਥ ਹੁੰਦਾ ਸਿਆਣਾ, ਤੇ ਇਹ ਸਿਆਣਪ ਕਿਸੇ ਕਿਸੇ ਕੋਲੇ ਹੁੰਦੀ ਆ। ਨਹੀਂ ਤਾਂ ਜੇ ਬਾਬਾ ਕਹਿਣ ਤੇ ਜਾਂ ਬਾਬਾ ਕਹਾਉਣ ਤੇ ਲੋਕ ਸੰਗ ਮੰਨਦੇ ਆ। ਗੁਰੂ ਦੀਆਂ ਬਖਸ਼ਿਸ਼ਾਂ ਇਹ ਸਾਨੂੰ ਮਿਲੀਆਂ ਵੀਆਂ ਨੇ, ਇਹਨਾਂ ਲਫ਼ਜ਼ਾਂ ਨੂੰ ਸੁਣਨ ਤੇ ਜਾਂ ਸੁਣਾਉਣ ਤੇ ਨਾ ਲੋਕ ਆਪਣੇ ਆਪ ਨੂੰ ਘਟੀਆ ਸਮਝਦੇ ਵੀ ਹੈ, ਲੈ ਬਾਬਾ ਮੈਂ ਕਹਾਂ, ਬਾਬਾ ਕਹਾਂ ਮੈਂ, ਜਾਂ ਬਾਬਾ ਮੈਂ ਕਹਾਵਾਂ। ਪਰ ਨਹੀਂ ਪਿਆਰ ਵਾਲਿਓ, ਗੁਰੂ ਦੀ ਬਖਸ਼ਿਸ਼ ਆ। ਇੱਥੇ ਜਾਣੀ ਕਿ ਵੱਡੀ ਜਾਂ ਛੋਟੀ ਉਮਰ ਦਾ ਮਤਲਬ ਨਹੀਂ। ਪਰ ਪ੍ਰਿਥੀ ਚੰਦ ਨੂੰ ਮਾਣ ਸੀ, ਕਹਿੰਦਾ ਮੈਂ ਵੱਡਾ। ਬਾਬਾ ਬੁੱਢਾ ਜੀ ਕਹਿੰਦੇ, ਪੁੱਤ ਇੱਥੇ ਗੱਲ ਵੱਡੇ ਛੋਟੇ ਦੀ ਨਹੀਂ, ਗੱਲ ਗਿਆਨ ਦੀ ਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਹੁਤ ਵੱਡੇ ਗਿਆਨੀ ਨੇ, ਬੜੀ ਬਖਸ਼ਿਸ਼ ਹੈ ਇਹਨਾਂ ਤੇ ਗੁਰੂ ਰਾਮਦਾਸ ਮਹਾਰਾਜ ਨੇ ਵੀ ਕਿਹਾ, ਨਹੀਂ ਪੁੱਤਰ ਇਦਾਂ ਨਹੀਂ ਕਰੀਦਾ ਹੁੰਦਾ। ਪਰ ਫਿਰ ਵੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਣ ਤੇ ਪੱਗ ਖੋਹ ਕੇ ਲੈ ਗਏ ਸੀ। ਲੜਾਈ, ਕਲੇਸ਼, ਝਗੜਾ ਬੜੇ ਕੀਤਾ। ਚਲੋ ਵਾਹਿਗੁਰੂ ਭਲਾ ਕਰੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ, ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ। ਜਿਸ ਹਰਮੰਦਰ ਸਾਹਿਬ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਦੇ ਆਂ, ਨਮਸਕਾਰ ਕਰਦੇ ਆਂ, ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੇ ਸਮਝਦੇ ਆ ਜਦੋਂ ਗੁਰੂ ਦੇ ਹਰਮੰਦਰ ਰੂਪੀ ਘਰ ਦੇ ਵਿੱਚ ਚਲੇ ਜਾਂਦੇ। ਵੈਸੇ ਤਾਂ ਹਰ ਇੱਕ ਸਰੀਰ ਹਰਮੰਦਰ ਆ, ਹਰ ਇੱਕ ਗੁਰਦੁਆਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਹਰਮੰਦਰ ਆ, ਪਰ ਉਹ ਸਾਡਾ ਸੈਂਟਰ ਆ, ਉਹ ਸਾਡਾ ਦਿਲ ਆ। ਜਿਵੇਂ ਸਰੀਰ ਦੇ ਕਿਸੇ ਹਿੱਸੇ ਬਿਨਾ ਵੀ ਨਹੀਂ ਸਰਦਾ, ਨਾ ਅੱਖ ਬਿਨਾ ਸਰੇ, ਨਾ ਜੀਭ ਬਿਨਾ ਸਰੇ, ਨਾ ਕੰਨਾਂ ਬਿਨਾ ਸਰੇ, ਨਾ ਹੱਥਾਂ ਬਿਨਾ ਸਰੇ, ਨਾ ਪੈਰਾਂ ਬਿਨਾ ਸਰੇ। ਪਰ ਚੇਤਾ ਰੱਖੋ, ਦਿਲ ਮੇਨ ਆ। ਜੇ ਦਿਲ ਹੀ ਕੰਮ ਛੱਡ ਗਿਆ ਨਾ ਤੇ ਸਾਰਾ ਸਰੀਰ ਹੀ ਖੜ ਜਾਊਗਾ। ਪਰ ਇਵੇਂ ਜਿਵੇਂ ਹਰਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਉਹ ਸਾਡਾ ਦਿਲ ਆ, ਤੇ ਉੱਥੇ ਦਿਲ ਦੇ ਵਿੱਚ ਜਾ ਕੇ ਨਾ ਆਪਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ। ਸੋ ਵਾਹਿਗੁਰੂ ਭਲਾ ਕਰੇ। ਉਸ ਹਰਮੰਦਰ ਦੇ ਵਿੱਚ ਜਾ ਕੇ ਹਰਮੰਦਰ ਸਾਹਿਬ ਦੀ ਉਸਾਰੀ ਗੁਰੂ ਪਾਤਸ਼ਾਹ ਨੇ ਤਾਰਨ ਸਾਹਿਬ ਵਿਖੇ ਉਸਾਰੀ ਕਰਵਾਈ। ਤੇ ਉਸ ਟਾਈਮ ਦੇ ਹਾਲਾਤ ਆਪਾਂ ਨੂੰ ਪਤਾ, ਪਿੱਛੇ ਆਪਾਂ ਸੁਣਿਆ ਵੀ ਲਾਹੌਰ ਦੇ ਵਿੱਚ ਕਾਲ ਪਿਆ, ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਕਾਲ ਦੇ ਦੌਰਾਨ ਜੋ ਜਾ ਕੇ ਖੁਦ ਆਪ ਬਹੁਤ ਸੇਵਾ ਕੀਤੀ।
ਇਹ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਆ। ਆਪ ਮੂਹਰੇ ਲੱਗ ਕੇ ਪਹਿਲਾਂ ਆਪ ਕੰਮ ਨੂੰ ਹੱਥ ਪਾਇਆ, ਫਿਰ ਦੂਜੇ ਪਾਉਂਦੇ ਨੇ। ਪਰ ਆਪਾਂ ਉਂਗਲ ਨਾਲ ਨਹੀਂ, ਗੁਰੂ ਸਾਹਿਬ ਦਾ ਸੁਭਾਅ ਵੀ ਉਂਗਲ ਨਾਲ ਤੁਸੀਂ ਕਰੋ ਮੈਂ ਨਹੀਂ ਕਰਨਾ। ਅੱਜ ਦੇ ਬਾਬੇ ਉਂਗਲ ਨਾਲ ਕੰਮ ਕਰਾਉਂਦੇ ਨਾ, ਇਸ਼ਾਰੇ ਨਾਲ ਕੰਮ ਕਰਾਉਂਦੇ। ਨਹੀਂ, ਗੁਰੂ ਨਾਨਕ ਪਹਿਲਾਂ ਆਪ ਹੱਥ ਪਾਉਂਦਾ ਵੀ ਦੂਜੇ ਵੀ ਮਗਰ ਆ ਜਾਣਗੇ। ਤੇ ਉਸ ਟਾਈਮ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਜਦੋਂ ਸਰਕਾਰਾਂ ਹੱਥ ਖੜੇ ਕਰ ਗਈਆਂ ਨਾ, ਕਿਸੇ ਤੋਂ ਨਾ ਠੀਕ ਹੋਏ ਮਰੀਜ਼, ਤਾਂ ਪਾਤਸ਼ਾਹ ਨੇ ਆਪ ਮੂਹਰੇ ਲੱਗ ਕੇ ਕੋੜੀਆਂ ਦੇ ਇਲਾਜ ਕਰਵਾਏ ਤੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਕੋਹੜਖਾਨਾ ਵੀ ਖੁਲਵਾਇਆ। ਇਉਂ ਕਹਿ ਲੋ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਕੋੜੀਆਂ ਦੇ ਇਲਾਜ ਵਾਸਤੇ ਅੱਜ ਦੀ ਭਾਸ਼ਾ ਮੁਤਾਬਕ ਬਹੁਤ ਵੱਡਾ ਹਸਪਤਾਲ ਖੁਲਵਾਇਆ। ਤੇ ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ, ਜਿਹੜੀ ਗੱਲ ਇੱਥੇ ਮੈਂ ਇਤਿਹਾਸ ਤੋਂ ਪਾਸੇ ਜਾ ਕੇ ਕਰਨ ਲੱਗਿਆ। ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਾਸਤੇ ਕੁਝ ਸਿਧਾਂਤ ਨੇ, ਜਾਣੀ ਕਿ ਗੁਰਦੁਆਰੇ ਦੀਆਂ ਕੁਝ ਮੁੱਖ ਖੂਬੀਆਂ ਨੇ। ਉਹਨਾਂ ਖੂਬੀਆਂ ਦਾ ਵੇਰਵਾ ਇਸ ਤਰ੍ਹਾਂ। ਸਭ ਤੋਂ ਪਹਿਲਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਅਸਥਾਨ ਤੇ ਕਿਸੇ ਆਏ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਪਰ ਇੱਥੇ ਇੱਕ ਭਾਵਨਾ, ਇੱਕ ਸਾਡਾ ਮੁਹਾਵਰਾ, ਸਾਡੀ ਆਵਾਜ਼ ਬੋਲੀ ਆ। ਆਪਾਂ ਰੋਜ਼ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਦੇ ਆ, ਬਾਣੀ ਪੜ੍ਹਦੇ ਆ, ਇਤਿਹਾਸਕ ਵਿਚਾਰਾਂ ਸੁਣਦੇ ਆ। ਆਪਾਂ ਆਖਰੀ ਇੱਕ ਗੱਲ ਬੋਲਦੇ ਆ, ਦੇਗ ਤੇਗ ਫਤਿਹ। ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਭਗਤੀ ਦੀ ਗੱਲ ਆ ਨਾ, ਤਾਂ ਉੱਥੇ ਸ਼ਕਤੀ ਦੀ ਗੱਲ ਵੀ ਕੀਤੀ ਜਾਂਦੀ ਆ, ਤਾਕਤ ਦੀ ਗੱਲ ਵੀ ਕੀਤੀ ਜਾਂਦੀ ਆ। ਤੇ ਛੇਵੇਂ ਪਾਤਸ਼ਾਹ ਨੇ ਮੋਹਰ ਲਾਈ ਵੀ ਆ ਭਗਤੀ ਤੇ ਸ਼ਕਤੀ। ਭਗਤੀ ਨੂੰ ਸੰਭਾਲਣ ਦੇ ਲਈ ਸ਼ਕਤੀ ਦੀ ਲੋੜ ਆ। ਸੋਨੇ ਦੇ ਗਹਿਣਿਆਂ ਨੂੰ ਸੰਭਾਲਣ ਲਈ ਜਿੰਦੇ ਦੀ ਲੋੜ ਆ ਨਾ। ਖਜ਼ਾਨੇ ਨੂੰ ਸੰਭਾਲਣ ਲਈ ਪਹਿਰੇਦਾਰਾਂ ਦੀ ਲੋੜ ਆ। ਖਜ਼ਾਨੇ ਨੂੰ ਸੰਭਾਲਣ ਦੇ ਲਈ ਅਸਲੇ ਦੀ ਲੋੜ ਆ। ਤੇ ਭਗਤੀ ਬਹੁਤ ਵੱਡਾ ਖਜ਼ਾਨਾ। ਤੇ ਭਗਤੀ ਨੂੰ ਸੰਭਾਲਣ ਦੇ ਲਈ ਗੁਰੂ ਪਾਤਸ਼ਾਹ ਨੇ ਸਾਨੂੰ ਤੇਗ ਦਿੱਤੀ ਆ। ਆਪਾਂ ਕਹਿੰਦੇ ਦੇਗ ਤੇਗ ਫਤਿਹ। ਇੱਥੇ ਦੇਗ ਵੀ ਫਤਿਹ ਆ ਤੇ ਇੱਥੇ ਤੇਗ ਵੀ ਫਤਿਹ ਆ। ਤੇ ਰੋਜ਼ ਆਪਾਂ ਅਰਦਾਸ ਵਿੱਚ ਪੜ੍ਹਦੇ ਆ, ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਸਦਕਾ ਗੁਰੂ ਦੀ ਬਖਸ਼ਿਸ਼ ਕੜਾ ਪ੍ਰਸ਼ਾਦ ਪਹੁੰਚ ਚੁੱਕਿਆ। ਕੜਾ ਪ੍ਰਸ਼ਾਦ ਪਹੁੰਚ ਚੁੱਕਿਆ ਨਾ, ਤੇ ਦਰ ਪ੍ਰਵਾਨ ਹੋਵੇ, ਜਾਂ ਚਲੋ ਆਪਣੀ ਭਾਵਨਾ ਮੁਤਾਬਕ ਕੋਈ ਭੋਗ ਲੱਗੀ ਦੀ ਗੱਲ ਕਰਦਾ। ਤੇ ਉਸ ਟਾਈਮ ਤੇ ਜਿਹੜੀ ਪ੍ਰਵਾਨਗੀ ਉਹ ਸ੍ਰੀ ਸਾਹਿਬ ਨਾਲ ਦਿੱਤੀ ਜਾਂਦੀ ਆ। ਜਿੱਥੇ ਦੇਗਾ ਤਾਂ ਉੱਥੇ ਸ੍ਰੀ ਸਾਹਿਬ ਵੀ ਹੈ। ਉਹ ਗੱਲ ਅਲੱਗ ਆ ਵੀ ਅੱਜ ਸਾਡੇ ਕੋਲੇ ਸ੍ਰੀ ਸਾਹਿਬ ਬਿਲਕੁਲ 6 ਇੰਚ ਜਾਂ 7 ਇੰਚ ਜਾਂ 8-12 ਇੰਚ ਦੀ ਆ ਗਈ। ਪਰ ਜਦੋਂ ਦਸ਼ਮੇਸ਼ ਪਿਤਾ ਜੀ ਦਾ ਵਕਤ ਸੀ, ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਕਤ ਸੀ, ਤਾਂ ਉਦੋਂ 3 ਫੁੱਟ ਦੀ ਸ੍ਰੀ ਸਾਹਿਬ ਨਾਲ ਕਿਰਪਾਨ ਦੇ ਨਾਲ ਪ੍ਰਵਾਨਗੀ ਮਿਲਦੀ ਸੀ। ਤੀਰ ਨਾਲ ਪ੍ਰਵਾਨਗੀ ਮਿਲਦੀ ਸੀ, ਵਰਸੇ ਨਾਲ ਪ੍ਰਵਾਨਗੀ ਮਿਲਦੀ ਸੀ। ਮਾਫ ਕਰਨਾ, ਇਹ ਸਾਡਾ ਸਿਧਾਂਤ ਆ। ਜਾਨੀ ਕਿ ਜਿੱਥੇ ਦੇਗ ਆ ਉੱਥੇ ਤੇਗ ਵੀ ਆ। ਜਿਹੜੀ ਗੱਲ ਆਪਣੀ ਚੱਲੀ ਆ, ਜਿੱਥੇ ਭਗਤੀ ਆ ਉੱਥੇ ਸ਼ਕਤੀ ਵੀ ਆ। ਤੇ ਇਹ ਸਿਧਾਂਤ ਸਾਨੂੰ ਬਾਬੇ ਨਾਨਕ ਨੇ ਦਿੱਤਾ ਗਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ ਕਿਹਾਗਾ। ਸੋ ਇਸ ਗੱਲ ਨੂੰ ਤੁਸੀਂ ਸਾਰੇ ਸਮਝਦੇ ਹੋ ਬੜੇ ਪਿਆਰ ਦੇ ਨਾਲ। ਜੋ ਆਪਾਂ ਗੱਲ ਕਰ ਰਹੇ ਸੀ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਇਹ ਕੁਝ ਅਸੂਲ ਨੇ। ਦੇਗ ਵੀ ਮਿਲਦੀ ਆ, ਤੇ ਦੂਜਾ ਦੇਗ ਦਾ ਅਰਥ ਹੁੰਦਾ ਖੁੱਲੇ ਮੂੰਹ ਵਾਲਾ ਭਾਂਡਾ। ਦੇਗ ਦਾ ਅਰਥ ਹੁੰਦਾ ਗਾ ਖੁੱਲੇ ਮੂੰਹ ਵਾਲਾ ਭਾਂਡਾ। ਜਿਹੜਾ ਭਾਂਡਾ ਵਿੱਚੋਂ ਅਤੇ ਬਾਹਰੋਂ ਮੂੰਹ ਕਰਕੇ ਇੱਕੋ ਜਿਹਾ ਹੋਵੇ, ਜਿਹਦੇ ਵਿੱਚ ਕੁੱਬ ਨਾ ਹੋਵੇ, ਵਿੰਗ ਨਾ ਹੋਵੇ। ਪਰ ਸਾਡੇ ਸਮਾਜ ਦੇ ਵਿੱਚ ਜਿਹੜੇ ਪਤੀਲੇ ਪਤੀਲੀਆਂ ਨਾ, ਮਾਫ ਕਰਨਾ, ਇਹ ਸਿੱਖਾਂ ਦੇ ਬਰਤਨ ਨਹੀਂ ਹਨ। ਇਹ ਵੀ ਗੱਲ ਜ਼ਰੂਰ ਧਿਆਨ 'ਚ ਰੱਖਣ ਵਾਲੀ ਗੱਲ ਆ। ਜਿਹੜੀਆਂ ਅੱਜ ਕੁੱਬੇ ਰੂਪ ਦੇ ਵਿੱਚ ਨੇ ਨਾ ਪਤੀਲੇ ਪਤੀਲੀਆਂ, ਇਹ ਸਾਡਾ ਇਤਿਹਾਸ ਦੱਸਦਾ ਇਹ ਸਾਡੇ ਭਾਂਡੇ ਨਹੀਂ ਹਨ। ਇਹ ਤਾਂ ਸਾਡੇ ਵਿੱਚ ਐਡ ਹੋ ਗਏ, ਆ ਗਏ ਤਾਂ। ਪਰ ਸਾਡਾ ਉਹ ਭਾਂਡਾ ਹੁੰਦਾ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਬਾਹਰੋਂ।
ਜਾਣੀ ਕਿ ਥੱਲੇ ਤੋਂ ਲੈ ਕੇ ਤਹਾਂ ਤੱਕ ਉਹ ਇੱਕੋ ਜਿਹਾ। ਜਿਹੜਾ ਦੇਗਾ ਹੁੰਦਾ ਆਪਾਂ ਘਰਾਂ ਦੇ ਵਿੱਚ ਆਮ ਵਰਤਦੇ ਆ, ਲੰਗਰਾਂ ਦੇ ਵਿੱਚ ਵਰਤਦੇ ਆ, ਦੇਗ ਖੁੱਲੇ ਮੂੰਹ ਵਾਲਾ ਭਾਂਡਾ। ਉਥੋਂ ਸਿੱਧ ਹੁੰਦਾ ਵੀ ਸਾਡੇ ਤਾਂ ਭਾਂਡੇ ਵੀ ਉਹ ਨੇ, ਭਾਂਡਿਆਂ ਵਿੱਚ ਵੀ ਵਿਤਕਰਾ ਨਹੀਂ, ਵਿੱਚੋਂ ਖੁੱਲਾ ਤੇ ਉੱਪਰੋਂ ਭੀੜਾ। ਜਾਣੀ ਕਿ ਸਿੱਖ ਦਾ ਹਿਰਦਾ ਵਿੱਚੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ, ਇਦਾਂ ਦਾ ਨਹੀਂ ਹੋਣਾ ਚਾਹੀਦਾ। ਇਹ ਮਾਫ ਕਰਨਾ ਹਨ ਤਾਂ ਸਾਡੇ ਭਰਾਈ ਮੁਸਲਮਾਨ ਭਰਾ ਇਹ ਪਤੀਲੇ ਪਤੀਲੀਆਂ ਉਹ ਵਰਤਦੇ ਸੀ ਤੇ ਅੱਜ ਵੀ ਵਰਤਦੇ ਨੇ ਉਹ, ਪਰ ਸਾਡਾ ਇਹ ਭਾਂਡਾ ਨਹੀਂ ਹੈ। ਆ ਗਿਆ ਉਹ ਇੱਕ ਅਲੱਗ ਗੱਲ। ਸਾਡੇ ਤਾਂ ਕੜਾਹੇ ਕੜਾਈਆਂ ਅੰਦਰੋਂ ਬਾਹਰੋਂ ਇੱਕੋ ਜਿਹੇ ਖੁੱਲੇ ਮੂੰਹ ਵਾਲੇ ਭਾਂਡੇ। ਚਲੋ ਕਹਿਣ ਤੋਂ ਭਾਵ ਦੇਗ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਰੋਜ਼ ਬਣੇ ਪ੍ਰਸ਼ਾਦ, ਜਾਨੀ ਕਿ ਲੰਗਰ ਪ੍ਰਸ਼ਾਦਾ ਹਰ ਇੱਕ ਨੂੰ ਮਿਲੇ। ਉੱਥੇ ਤੇਗ ਦੀ ਵੀ ਲੋੜ ਆ ਤੇ ਗੁਰੂ ਸਾਹਿਬ ਨੇ ਸਾਨੂੰ ਤੇਗ ਦੇ ਧਣੀ ਵੀ ਬਣਾਇਆ। ਇਹ ਗੁਰਦੁਆਰੇ ਦੀ ਮਹੱਤਤਾ। ਦੂਜੀ ਗੱਲ, ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਦੇਗ ਦੀ ਗੱਲ ਆ ਉੱਥੇ ਗੁਰੂ ਕੀ ਪਾਵਨ ਬਾਣੀ ਦੀ ਗੱਲ ਵੀ ਰੋਜ਼ ਹੋਵੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ। ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਨਹੀਂ ਬਣ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਮ ਘਰਾਂ ਵਿੱਚ ਵੀ ਹੁੰਦਾਗਾ। ਤੇ ਪਿਆਰ ਵਾਲਿਓ ਚੇਤਾ ਰੱਖਿਓ, ਆਪਾਂ ਘਰ ਨੂੰ ਨਮਸਕਾਰ ਜ਼ਰੂਰ ਕਰਦੇ ਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਪਰ ਚੇਤਾ ਰੱਖਿਓ ਕਿਸੇ ਦੇ ਘਰ ਨੂੰ ਆਪਾਂ ਗੁਰੂ ਦਾ ਘਰ ਨਹੀਂ ਕਹਿੰਦੇ। ਕਿਸੇ ਦੇ ਘਰ ਨੂੰ ਨਾ ਆਪਾਂ ਗੁਰੂ ਦਾ ਘਰ ਨਹੀਂ ਕਹਿੰਦੇ। ਗੁਰੂ ਉਹਨਾਂ ਦੇ ਕੁਝ ਦਿਨਾਂ ਦੇ ਲਈ ਘਰੇ ਗਿਆ। ਸਾਡਾ ਗੁਰੂ ਅਗਲੇ ਦੇ ਘਰ ਕੁਝ ਦਿਨਾਂ ਲਈ ਗਿਆ, ਪਰ ਕੁਝ ਦਿਨਾਂ ਦੇ ਲਈ ਜਿਹੜਾ ਗੁਰੂ ਸਾਡਾ ਅਗਲੇ ਦੇ ਘਰ ਗਿਆ ਨਾ, ਉਹਨੂੰ ਗੁਰੂ ਦਾ ਘਰ ਨਹੀਂ ਕਿਹਾ ਜਾਂਦਾ। ਗੁਰੂ ਦੇ ਘਰ ਦੀਆਂ ਕੁਝ ਪ੍ਰਮੁੱਖ ਨਿਸ਼ਾਨੀਆਂ ਨੇ। ਇੱਥੇ ਰੋਜ਼ਾਨਾ ਅੰਮ੍ਰਿਤਮਈ ਬਾਣੀ ਦੀ ਦਾਤ ਵੀ ਮਿਲੇ ਆਏ ਸਿੱਖ ਨੂੰ। ਆਪਣੀ ਆਮ ਹੀ ਕਹਾਵਤ ਆ, ਨਿਮਰਤਾ ਨਾਲ ਆਇਆ ਦੇਗ ਮਿਲਦੀ ਆ, ਤੇ ਚੜ ਕੇ ਆਇਆ ਤੇਗ ਮਿਲਦੀ ਆ। ਇਹ ਬਾਬੇ ਨਾਨਕ ਦੇ ਘਰ ਦਾ ਸਿਧਾਂਤ ਆ। ਅਗਲੀ ਗੱਲ, ਜਿੱਥੇ ਗੁਰੂ ਸਾਹਿਬ ਨੇ ਦੇਗ ਤੇਗ ਦਾ ਸਿਧਾਂਤ ਬਣਾਇਆ, ਭਜਨ ਦਾ ਤੇ ਭੋਜਨ ਦਾ ਸਿਧਾਂਤ ਬਣਾਇਆ। ਭਜਨ ਵੀ ਮਿਲਦਾ, ਇੱਥੇ ਭੋਜਨ ਵੀ ਮਿਲਦਾ। ਇੱਥੇ ਦੇਗ ਵੀ ਮਿਲਦੀ ਆ, ਇੱਥੇ ਤੇਗ ਵੀ ਮਿਲਦੀ ਆ। ਅਗਲੀ ਗੱਲ, ਇੱਥੇ ਪਿਆਰ ਮਿਲੇ। ਪੰਗਤ ਵਿੱਚੋਂ ਪਿਆਰ, ਸੰਗਤ ਵਿੱਚੋਂ ਪਿਆਰ, ਤੇ ਗੁਰੂ ਤਾਂ ਪਿਆਰ ਵੰਡਦਾ ਹੀ ਵੰਡਦਾ। ਇੱਥੇ ਨਫ਼ਰਤ ਨਹੀਂ ਮਿਲਦੀ। ਇੱਥੇ ਜਾਤੀਵਾਦਕ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਇੱਥੇ ਵੱਡੇ ਛੋਟੇ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਵੀ ਉਹ ਵੱਡਾ ਉਹ ਛੋਟਾ। ਹਾਂ, ਕਿਸੇ ਗੁਣਾ, ਕਿਸੇ ਬੰਦੇ ਦੇ ਵਿੱਚ ਗੁਣਾ ਨਾ, ਗੁਣਾ ਦੀ ਸੋਭਾ ਇੱਥੇ ਹੁੰਦੀ ਆ। ਗੁਣਾਂ ਦਾ ਸਤਿਕਾਰ ਕੀਤਾ ਜਾਂਦਾ, ਪਰ ਵੱਡਾ ਛੋਟਾ, ਊਚ ਨੀਚ, ਛੂਤ ਛਾਤ, ਜਾਤ ਪਾਤ, ਗੋਤ ਮਜ਼ਹਬ ਆਦਿਕ ਇੱਥੇ ਵਿਤਕਰਾ ਨਹੀਂ ਕੀਤਾ ਜਾਂਦਾ। ਪੰਜਵੇਂ ਪਾਤਸ਼ਾਹ ਨੇ ਹਰਮੰਦਰ ਸਾਹਿਬ ਦੀ ਉਹ ਸਾਰੀ ਇਦਾਂ ਦੀ ਕੀਤੀ ਆ, ਰਸਤਾ ਇੱਕ ਦਰਵਾਜ਼ੇ ਚਾਰ, ਬਿਨਾਂ ਵਿਤਕਰੇ ਤੋਂ ਸਭ ਨੂੰ ਪਿਆਰ ਮਿਲੂ ਇੱਥੇ। ਅਗਲੀ ਗੱਲ, ਇੱਥੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਸਿਧਾਂਤ ਦੱਸਦਾ, ਆਏ ਹੋਏ ਦੁਖੀਏ ਨੂੰ ਜਿਹੜਾ ਲੋੜਵੰਦ ਆ ਨਾ, ਜਗ੍ਹਾ ਨਹੀਂ ਮਿਲੀ ਕਿਤੇ ਵੀ ਉਹਨੂੰ ਰਹਿਣ ਨੂੰ ਜਗ੍ਹਾ ਵੀ ਮਿਲੇ। ਅੱਜ ਨਹੀਂ, ਇਹ ਮੁੱਢ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਸਰਾਵਾਂ ਬਣਾਉਂਦੇ ਰਹੇ ਨੇ। ਕਮਰੇ ਅਲੱਗ ਵੀ ਆਏ ਗਏ ਯਾਤਰੂਆਂ ਵਾਸਤੇ ਨੇ ਭਾਈ, ਆਏ ਗਏ ਵਾਸਤੇ। ਹਾਂ, ਜੇ ਕਿਸੇ ਦੀ ਭਾਵਨਾ ਮਾੜੀ ਉਹ ਅਲੱਗ ਗੱਲ ਆ, ਪਰ ਗੁਰੂ ਨਾਨਕ ਦੇ ਘਰ ਦਾ ਪ੍ਰਬੰਧ ਆ। ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਦਵਾਈ ਦਾ ਪ੍ਰਬੰਧ ਵੀ ਕੀਤਾ। ਦਸ਼ਮੇਸ਼ ਪਿਤਾ ਵੇਲੇ ਵੀ ਡਾਕਟਰ ਸਨ। ਸੱਤਵੇਂ ਪਾਤਸ਼ਾਹ ਤਾਂ ਖੁਦ ਹੀ ਡਾਕਟਰ ਸੀ। ਸੱਤਵੇਂ ਪਾਤਸ਼ਾਹ ਤਾਂ ਖੁਦ ਵੈਦ ਸੀ। ਤੇ ਬਹੁਤੇ ਗੁਰੂ ਘਰਾਂ 'ਚ ਇਤਿਹਾਸਕ ਸਥਾਨਾਂ ਤੇ ਜਿੱਥੇ ਡਿਊਟੀ ਬਣੀ ਹੈ ਨਾ, ਉੱਥੇ ਛੋਟਾ ਮੋਟਾ ਮੈਡੀਕਲ ਅੱਜ ਵੀ ਜ਼ਰੂਰ ਮਿਲਦਾ ਆਪਾਂ ਨੂੰ, ਅੱਜ ਵੀ ਮਿਲਦਾ। ਜਿੱਥੇ ਚਲੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਆ ਗਿਆ, ਤੇ ਉੱਥੇ ਲੋੜ ਪੈਣ ਤੇ ਮਰੀਜ਼ਾਂ ਨੂੰ ਦਵਾਈ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਖੁਦ ਦਿੱਤੀ ਵੀ ਆ। ਖੁਦ ਕੋਹੜਖਾਨਾ, ਆਪਣੀ ਗੱਲ ਚੱਲੀ ਸੀ, ਕੋਹੜਖਾਨੇ ਤੋਂ ਕੋੜੀਆਂ ਦੇ ਲਈ ਪਾਤਸ਼ਾਹ ਨੇ ਇੱਕ ਹਸਪਤਾਲ ਬਣਵਾਇਆ, ਕੋਹੜਖਾਨਾ ਬਣਵਾਇਆ। ਆਪ ਖੁਦ ਪਾਤਸ਼ਾਹ ਵਿੱਚ ਡਾਕਟਰਾਂ ਦੇ ਨਾਲ, ਹਕੀਮਾਂ ਦੇ ਨਾਲ ਮਿਲ ਕੇ ਦਵਾਈਆਂ ਦਿੰਦੇ ਰਹੇ ਨੇ, ਇਲਾਜ ਕਰਦੇ ਰਹੇ ਨੇ। ਤੇ ਬਾਬੇ ਨਾਨਕ ਨੇ ਤਾਂ ਆਪਾਂ ਨੂੰ ਪਤਾ ਦਪਾਲਪੁਰ ਦੇ ਵਿੱਚ ਕੋੜੀ ਦਾ ਇਲਾਜ ਕੀਤਾ। ਆਰੰਭ ਤਾਂ ਉੱਥੋਂ ਹੋ ਗਈ ਸੀ ਨਾ ਗੱਲ, ਇਹ ਉਦੋਂ ਗਾਂ ਪੀੜੀ ਦਰ ਪੀੜੀ ਚੱਲਦੀ ਗਈ। ਸੱਤਵੇਂ ਪਾਤਸ਼ਾਹ ਨੇ ਤਾਂ ਖੁਦ ਹੀ ਕੀਰਤਪੁਰ ਸਾਹਿਬ ਵਿਖੇ ਦਵਾਖਾਨਾ ਖੋਲਿਆ ਸੀ। ਸੱਤਵੇਂ ਪਾਤਸ਼ਾਹ ਦੇ ਹਸਪਤਾਲ ਚੋਂ, ਕੀਰਤਪੁਰ ਸਾਹਿਬ ਦੀ ਧਰਤੀ ਤੋਂ, ਔਰੰਗਜ਼ੇਬ ਦਾ ਭਰਾ
ਦਾਰਾ ਸਕੋ ਸ਼ਾਹਜਹਾਨ ਦਾ ਪੁੱਤ ਠੀਕ ਗੁਰੂ ਨਾਨਕ ਦੇ ਘਰ ਚ ਹੋਇਆ ਸੀ। ਦੁਨੀਆ ਦਾ ਬਾਦਸ਼ਾਹ ਹੋਵੇ, ਦੁਨੀਆ ਦੇ ਬਾਦਸ਼ਾਹ ਦਾ ਭਰਾ ਹੋਵੇ, ਦੁਨੀਆ ਦੇ ਬਾਦਸ਼ਾਹ ਦਾ ਪੁੱਤ ਹੋਵੇ, ਚੇਤਾ ਰੱਖੋ ਜਿਹੜੀ ਗੱਲ ਮੈਂ ਕਹਿ ਰਿਹਾ ਨਾ, ਵੀ ਦੁਨੀਆ ਦੇ ਬਾਦਸ਼ਾਹ ਦਾ ਪੁੱਤ ਹੋਵੇ, ਭਰਾ ਹੋਵੇ, ਉਹਦਾ ਦੁਨੀਆ 'ਚ ਕਿਤੇ ਇਲਾਜ ਨਾ ਹੋਵੇ, ਹੈਰਾਨੀ ਦੀ ਗੱਲ ਆ, ਹੈਰਾਨੀ ਦੀ ਗੱਲ ਆ ਗਈ। ਪਰ ਉਹਦਾ ਇਲਾਜ ਨਾਨਕ ਦੇ ਘਰ ਵਿੱਚ ਹੋਇਆ। ਇਲਾਜ ਨਾਨਕ ਦੇ ਘਰ 'ਚ ਹੋਇਆ ਨਾ, ਤੇ ਸੱਤਵੇਂ ਪਾਤਸ਼ਾਹ ਦੇ ਘਰ ਵਿੱਚੋਂ ਤੰਦਰੁਸਤੀ ਮਿਲੀ ਸੀ ਔਰੰਗਜ਼ੇਬ ਦੇ ਭਰਾ ਨੂੰ, ਸ਼ਾਹਜਹਾਨ ਦੇ ਪੁੱਤ ਨੂੰ। ਤੇ ਸਿੱਖਾ ਇੱਕ ਹੈਰਾਨੀ ਦੀ ਗੱਲ ਆ, ਇਹ ਗੁਰੂ ਨਾਨਕ ਦਾ ਉਹ ਘਰ ਆ ਜਿੱਥੇ ਵਿਰੋਧੀਆਂ ਨੂੰ ਵੀ ਤੰਦਰੁਸਤੀ ਮਿਲੀ ਆ, ਜਿੱਥੇ ਨਾ ਦੁਸ਼ਮਣਾਂ ਨੂੰ ਵੀ ਇੱਥੇ ਦਵਾਈ ਮਿਲਦੀ ਆ, ਦੁੱਖਾਂ ਦਾ ਇਲਾਜ ਕੀਤਾ ਜਾਂਦਾ। ਪਰ ਕਮਲਿਆ ਤੂੰ ਕਿੱਥੇ ਫਿਰਦਾ, ਤੂੰ ਗੌਰ ਕਰਕੇ ਗੱਲ ਤਾਂ ਸਾਡੀ ਆ ਨਾ, ਲਾਹਣ ਤਾਂ ਗੁਰੂ ਸਾਹਿਬ ਨੇ ਸਾਨੂੰ ਪਾਈ ਹੈ ਨਾ, ਅਸੀਂ ਕਿੱਧਰ ਨੂੰ ਚਲੇ ਗਏ। ਸਾਡਾ ਮੂੰਹ ਕਬਰਾਂ, ਮੜੀਆਂ, ਮਸਾਣਾ, ਉਹ ਡੇਰੇ ਡੱਪਿਆ, ਬਲ ਪਤਾ ਨਹੀਂ ਕਿੱਧਰ ਨੂੰ ਹੋ ਗਿਆ। ਸੋਚਣ ਵਾਲੀ ਗੱਲ ਆ। ਪਰ ਇੱਥੇ ਦੁਸ਼ਮਣ ਵੀ ਆਏ, ਉਹਨਾਂ ਨੂੰ ਦਵਾਈ ਮਿਲੀ, ਉਹਨਾਂ ਨੇ ਦੁਆ ਕੀਤੀ, ਤੰਦਰੁਸਤੀ ਲੈ ਕੇ ਗਏ। ਭਾਵੇਂ ਸੱਤਵੇਂ ਪਾਤਸ਼ਾਹ ਦੇ ਘਰ ਵਿੱਚੋਂ ਦਾਰਾ ਸਕੋ ਨੂੰ ਤੰਦਰੁਸਤੀ ਮਿਲੀ ਆ, ਦਾਰਾ ਸਕੋ ਦੇ ਅੰਦਰ ਭਾਵੇਂ ਇਹ ਆਉਣ ਵੇਲੇ ਭਾਵਨਾ ਸੀ ਮੇਰਾ ਇਲਾਜ ਪਤਾ ਨਹੀਂ ਹੋਊ, ਪਤਾ ਨਹੀਂ ਨਾ, ਪਰ ਸੱਤਵੇਂ ਪਾਤਸ਼ਾਹ ਨੇ ਬਿਨਾਂ ਕਿਸੇ ਭੇਦ ਤੋਂ, ਬਿਨਾਂ ਕਿਸੇ ਭਾਵਨਾ ਤੋਂ, ਈਰਖਾ ਤੋਂ ਇਲਾਜ ਕੀਤਾ। ਆਪਾਂ ਹੁਣੀ ਸੁਣਿਆ ਨਾ ਵੀ ਗੁਰੂ ਨਾਨਕ ਦੇ ਘਰ ਚੋਂ ਪਿਆਰ ਮਿਲਦਾ, ਈਰਖਾ ਨਹੀਂ ਮਿਲਦੀ। ਹਾਂ, ਜਿੱਥੇ ਲੋੜ ਆਉਂਦੀ ਆ ਤੇਗ ਚਲਾਉਣ ਦੀ, ਤੇਗ ਮਿਲ ਜਾਂਦੀ ਆ। ਉਹ ਆਪਾਂ ਨੂੰ ਕੁਦਰਤੀ ਪਤਾ ਵੀ ਜਿਹੜਾ ਫੋੜਾ ਨਾ ਤਣ ਤੇ ਨਿਕਲਿਆ ਵੇ, ਮਾਂ ਕਿਸੇ ਸਰੀਰ ਦਾ ਹਿੱਸਾ ਗਲ ਜਾਵੇ ਤਾਂ ਉਹਦਾ ਇਲਾਜ ਉਹਨੂੰ ਕੱਟ ਦੇਣਾ ਹੀ ਹੁੰਦਾਗਾ। ਸਭ ਨੂੰ ਪਤਾ, ਇਹ ਕੋਈ ਆਮ ਗੱਲ ਨਹੀਂ ਹੈ। ਹੁਣ ਮੰਨ ਲਓ ਵੀ ਆਪਣੀ ਲੱਤ ਗਲ ਗਈ, ਡਾਕਟਰ ਕੀ ਕਹਿੰਦਾ, ਭਾਈ ਵਾਧਾ ਵਧੂਗਾ, ਤੇ ਅਸੀਂ ਕੀ ਕਹਿੰਦੇ ਆ, ਐਂ ਕਰੋ ਫਿਰ ਜੀ ਕੱਟ ਦਿਓ ਇਹਨੂੰ, ਜੇ ਵਾਧਾ ਵਧੂ ਨਾ ਇੱਥੋਂ ਵੱਢ ਦਿਓ। ਇਹ ਜਿਹੜੇ ਨੂੰ ਤੇਗਾਂ ਮਿਲਦੀਆਂ ਨਾ ਅੱਜ, ਇਹ ਫੋੜੇ ਨੇ, ਇਹਨਾਂ ਦਿਮਾਗ ਵਿੱਚ ਫੋੜੇ ਨਿਕਲੇ ਹੋਏ ਆ, ਤੇ ਗੁਰੂ ਨਾਨਕ ਦੇ ਘਰ ਚੋਂ ਫਿਰ ਆਪਰੇਸ਼ਨ ਹੋ ਜਾਂਦਾਗਾ। ਇਹ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਨਾ, ਡਾਂਗ ਬਾਬੇ ਨਾਨਕ ਦੇ ਹੱਥ ਚ ਹੁੰਦੀ ਸੀ, ਤੁਸੀਂ ਤਾਂ ਸਾਰੇ ਜਾਣਦੇ ਹੋਗੇ। ਫਿਰ ਆਪਰੇਸ਼ਨ ਬਾਬਾ ਨਾਨਕ ਕਰ ਦਿੰਦਾ ਉਹਨਾਂ ਦਾ। ਚਲੋ ਕਹਿਣ ਤੋਂ ਭਾਵ ਜਿਹੋ ਜੀ ਕੋਈ ਭਾਵਨਾ ਲੈ ਕੇ ਆਇਆ, ਭਾਵਨਾ ਲੈ ਕੇ ਆਇਆ, ਇਲਾਜ ਹੋਵੇਗਾ, ਹੋਇਆ ਜ਼ਰੂਰ ਹੋਏਗਾ। ਚਲੋ ਕਹਿਣ ਤੋਂ ਮੁਰਾਦ ਵੀ ਸੱਤਵੇਂ ਪਾਤਸ਼ਾਹ ਖੁਦ ਵੈਦ ਨੇ, ਖੁਦ ਡਾਕਟਰ ਨੇ। ਸਿੱਖਾ ਇੱਥੇ ਦੁਸ਼ਮਣਾਂ ਨੂੰ ਮੱਲਮ ਪੱਟੀ ਵੀ ਮਿਲੀ ਆ। ਭਾਈ ਘਨਈਆ ਜੀ ਨੇ ਸਿਧਾਂਤ ਕਾਇਮ ਕੀਤਾ ਰੈੱਡ ਕਰਾਸ ਦਾ। ਅੱਜ ਭੁੱਲ ਗਏ ਰੈੱਡ ਕਰਾਸ ਵਾਲੇ ਭਾਈ ਘਨਈਆ ਜੀ ਨੂੰ, ਭੁੱਲ ਗਏ ਰੈੱਡ ਕਰਾਸ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਭੁੱਲ ਗਏ। ਪਰ ਚੇਤਾ ਰੱਖੋ, ਭੁੱਲਣਾ ਨਹੀਂ ਚਾਹੀਦਾ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਗੁਰਦੁਆਰਾ ਤਾਂ ਕਹਾਉਂਦਾ, ਇੱਥੇ ਦਵਾਈ ਦਾ ਪ੍ਰਬੰਧ ਵੀ ਹੋਵੇ, ਦੁਖੀਏ ਦੀ ਗੱਲ ਵੀ ਸੁਣੀ ਜਾਂਦੀ ਹੋਵੇ, ਇੱਥੇ ਹਰ ਇੱਕ ਦੀ ਭਾਵਨਾ ਪੂਰੀ ਹੁੰਦੀ ਆ। ਪੰਜਵੇਂ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਵਿਖੇ ਉਸਾਰੀ ਕਰਵਾਈ, ਜਿੱਥੇ ਅੱਜ ਆਪਾਂ ਜਾਂਦੇ ਆ, ਜਾ ਕੇ ਨਮਸਤਕ ਹੁੰਨੇ ਆ। ਪਾਤਸ਼ਾਹ ਨੇ ਬਹੁਤ ਵੱਡਾ ਸਰੋਵਰ ਬਣਵਾਇਆ। ਦੇਖੋ ਸਾਰੇ ਕੋੜੀ ਨਾ ਉਸੇ ਸਰੋਵਰ 'ਚ ਹੀ ਨਹਾ ਲੈਂਦੇ ਸੀ, ਕੋਈ ਵਿਤਕਰਾ ਨਹੀਂ ਸੀ। ਜੇ ਕੋਈ ਸੰਗਤ ਨਮਸਕਾਰ ਕਰਨਾ ਹੀ ਹੈ ਨਾ, ਗੁਰੂ ਸਾਹਿਬ ਨੇ ਉਹਨਾਂ ਲਈ ਵੀ ਸਿਧਾਂਤ ਬਣਾਇਆ ਸੀ, ਪਹਿਲਾਂ ਹੱਥ ਪੈਰ ਧੋ ਕੇ ਆਵੋ, ਨਹਾ ਕੇ ਆਵੋ। ਉਹ ਤੁਹਾਡੀ ਭਾਵਨਾ, ਭਾਵੇਂ ਨਹਾਇਓ, ਭਾਵੇਂ ਹੱਥ ਮੂੰਹ ਧੋਇਓ, ਤੁਹਾਡੀ ਮਰਜ਼ੀ ਆ, ਪਰ ਪਹਿਲਾਂ ਸਰੋਵਰ ਵਿੱਚੋਂ ਦੀ ਹੋ ਕੇ ਫੇਰ ਮੇਰੇ ਕੋਲੇ ਆ ਜਾਓ। ਤੇ ਕਿਸੇ ਨੇ ਨਹੀਂ ਸੋਚਿਆ ਸੀ ਵੀ ਹੈ ਬੂ ਇੱਥੇ ਤਾਂ ਕੋੜੀ ਨਹਾਉਂਦੇ ਨੇ, ਮੈਂ ਇੱਥੇ ਕਿਵੇਂ ਨਹਾਵਾਂ, ਮੈਂ ਇੱਥੇ ਕਿਵੇਂ ਪੈਰਾਂ ਧੋਵਾਂ, ਮੈਂ ਨਹੀਂ ਇਹ ਕੰਮ ਕਰਨਾ ਕਿ ਕੋੜੀ ਨਹਾਉਂਦੇ ਨੇ। ਪਰ ਗੁਰੂ ਸਾਹਿਬ ਨੇ ਪਹਿਲੀ ਸਹਿਜ ਸਾਡੇ ਉਹ ਸਰੋਵਰ ਦਾ ਵੱਡਾ ਰੱਖਿਆ ਸੀ। ਭਾਵ ਜਿੱਥੇ ਆਪਾਂ ਆਮ ਹੀ ਕਹਿ ਦਿੰਦੇ ਆ 2 ਮਣ 4 ਮਣ ਤੋਂ ਪਾਣੀ ਵੱਧ ਹੋਵੇ ਤੇ ਪਵਿੱਤਰ ਹੀ ਹੁੰਦਾ, ਆਪਣੀ ਆਮ ਹੀ ਭਾਸ਼ਾ। ਪਰ ਵਾਹਿਗੁਰੂ ਭਲਾ ਕਰੇ, ਸਤਿਗੁਰੂ ਪਾਤਸ਼ਾਹ ਜੀ ਦਾ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਤੇ ਇਸੇ ਸਿਧਾਂਤ ਦੇ ਵਿੱਚ ਰਹਿੰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਤਰਨ ਤਾਰਨ ਸਾਹਿਬ ਵਸਾਇਆਗਾ, ਤਰਨ ਤਾਰਨ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਆ, ਤਾਂ ਇਹ ਗੜ੍ਹ ਸੀ ਲਾਲਾਂ ਆਲਿਆਂ ਦਾ, ਸਖੀ ਸਰਵਰੀਆਂ ਦਾ ਗੜ੍ਹ ਸੀ। ਬਹੁਤ ਜ਼ਿਆਦਾ ਇੱਥੇ ਮੜੀਆਂ ਮਸਾਣਾ ਕਬਰਾਂ ਦੀ ਪੂਜਾ ਕੀਤੀ ਜਾਂਦੀ ਸੀ। ਇਹ ਨੂਰਦੀਨ ਆ ਗਿਆ ਨਾ, ਨੂਰਦੀਨ ਦਾ ਇਲਾਕਾ ਆ ਗਿਆ। ਤੇ ਪਰ ਗੁਰੂ ਪਾਤਸ਼ਾਹ ਨੇ ਐਸਾ ਸੱਚ ਦਾ ਪ੍ਰਚਾਰ ਕੀਤਾ, ਤੇ ਇੱਥੇ ਤਾਂ ਨਾ ਸਾਰੇ ਗੁਰੂ ਦੇ ਬਣ ਗਏ, ਸਾਰੀ। ਅੱਛਾ, ਜਦੋਂ ਮੇਨ ਬੰਦਾ ਗੁਰੂ ਦਾ ਬਣ ਜੇ ਨਾ, ਦੂਜਿਆਂ ਦਾ ਬਣਨਾ ਤਾਂ ਬਹੁਤ ਸੌਖਾ ਹੁੰਦਾ।
ਮੇਨ ਦੇ ਵਿੱਚੋਂ ਆਪਾਂ ਇੱਕ ਹਿੰਟ ਲੈਣਾ। ਭਾਈ ਮੰਝ ਜੋ ਕੰਗਮਈ ਪਿੰਡ ਦਾ, ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ, ਜਿੱਥੇ ਇੱਕ ਨਹੀਂ ਅਨੇਕਾਂ ਲੋਕ ਗੁਰੂ ਦੀ ਜੈ ਜੈਕਾਰ ਕਰਦੇ ਹਨ। ਜਪਿਓ ਜਿਨ ਅਰਜਨ ਦੇਵ ਗੁਰੂ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਪਿਆ, ਅਰਾਧਿਆ, ਧਿਆਇਆ, ਤੇ ਉੱਥੇ ਇਹ ਸੱਜਣ ਵੀ ਇੱਕ ਦਿਨ, ਆਪਾਂ ਨੂੰ ਪਤਾ ਵੀ ਆਪਣੀਆਂ ਸੰਗਤਾਂ ਦੇ ਸਮੇਤ ਕਿਸੇ ਪੀਰ ਦੀ ਜਗ੍ਹਾ ਤੇ ਜਾ ਰਿਹਾ, ਮੇਲੇ ਤੇ ਕਿਹੜੋ ਜਾ ਰਿਹਾ ਹੈਗਾ, ਨਗਾਹੇ ਆਦਿਕ ਜਾ ਰਿਹਾ ਹੈਗਾ। ਇਹਦੇ ਕੰਨਾਂ ਦੇ ਵਿੱਚ ਇਹਨਾਂ ਨੇ ਪੜਾਅ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਲਾਗੇ, ਰਿਹਾਇਸ਼ ਕੀਤੀ। ਕੁਦਰਤੀ ਗੱਲ ਆ, ਬੰਦਾ ਰਾਤ ਦਾ ਟਿਕਾਣਾ ਉੱਥੇ ਜੇ ਕਰਦਾ ਹੁੰਦਾ ਜਿੱਥੇ ਆਸਰਾ ਮਿਲੇ ਥੋੜਾ ਬਹੁਤਾ, ਵੀ ਚਲੋ ਇੱਥੇ ਪਿੰਡ ਵਸਦਾ ਨਾ, ਇੱਥੇ ਰੁਕ ਜਾਓ, ਕੋਈ ਖਤਰਾ ਨਹੀਂ, ਲੋੜ ਪੈਣ ਤੇ ਪਾਣੀ ਧਾਣੀ ਆਦਿਕ ਪ੍ਰਸ਼ਾਦਾ ਵੀ ਮਿਲ ਜਾਵੇਗਾ ਲੋੜ ਪੈਣ ਤੇ। ਜਦੋਂ ਇਹਨੇ ਪੜਾਅ ਕੀਤਾ ਤੇ ਸਵੇਰ ਹੁੰਦੀ ਆ, ਤੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਕੰਨਾਂ ਵਿੱਚ ਪਏ, ਕੰਨਾਂ ਵਿੱਚ ਪੈਂਦੇ ਆ ਨਾ, ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਜੇ ਕਿਸੇ ਹੋਰ ਦੇ ਮੜੀ ਮਸਾਨ ਕਬਰ ਨਾਲ ਜੁੜੀ ਆ ਤਾਂ ਉਹ ਅੰਨਾ। ਕਬੀਰ ਸਾਹਿਬ ਦਾ ਬਚਨ ਹੈ ਨਾ, ਹਿੰਦੂ ਅੰਨਾ ਤੁਰਕੂ ਕਾਣਾ। ਮਾਫ ਕਰਨਾ ਪਿਆਰ ਵਾਲਿਓ, ਇੱਥੇ ਨਾ ਸਾਡਾ ਕੋਈ ਵਿਤਕਰਾ ਨਹੀਂ ਹੈ, ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ ਵੀ ਅਸੀਂ ਹਿੰਦੂ ਨੂੰ ਅੰਨਾ ਕਹਾਂਗੇ। ਸਾਡੇ ਕੋਲੇ ਕੋਈ ਏਦਾਂ ਦੀ ਪਰਮਿਸ਼ਨ ਨਹੀਂ ਵੀ ਅਸੀਂ ਕਿਸੇ ਨੂੰ ਅੰਨਾ ਕਹੀਏ, ਨਾ ਕੋਈ ਕਹਾਵੇ। ਪਰ ਜੋ ਗੁਰਬਾਣੀ ਦੀ ਗੱਲ ਆ ਉਹ ਤਾਂ ਆਪਾਂ ਕਵਾਂਗੇ ਨਾ। ਤੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਇੱਕ ਹਿੰਦੂ ਨੂੰ ਅੰਨਾ ਲਿਖਿਆ। ਇਹ ਤੁਸੀਂ ਸਭ ਹੀ ਸਮਝਦੇ ਹੋ ਵੀ ਕਿਉਂ ਲਿਖਿਆ, ਤੇ ਅੱਜ ਵੀ ਉਹਨੇ ਵਾਲੇ ਕੰਮ ਕਰਦੇ ਨੇ। ਭਾਵੇਂ ਉਹਨਾਂ ਦੀਆਂ ਸਰਕਾਰਾਂ ਨੇ ਉਹ ਕਬਜ਼ਾ ਕਰ ਲਿਆ, ਉਹਨਾਂ ਨੇ ਗੁਲਾਮੀ ਦੇ ਫੰਦੇ ਸਾਡੇ ਗਲਾਂ 'ਚ ਪਾ ਤੇ ਅਗਲਿਆਂ ਨੇ। ਇਹ ਕਸੂਰ ਉਹਨਾਂ ਦਾ ਨਹੀਂ, ਕਸੂਰ ਸਾਡਾ ਵੀ ਆ। ਅਸੀਂ ਜਾ ਕੇ ਉਹਨਾਂ ਦੇ ਪਿੱਛੇ ਹਾਂ ਦੇ ਨਾਰੇ ਮਾਰੇ, ਝੰਡੇ ਚੱਕੇ ਉਹਨਾਂ ਦੇ ਨਾਂ ਤੇ। ਅਸੀਂ ਆਟੇ ਤੇ ਕਣਕ ਤੇ ਬਿਰੇ ਹੋਏ ਆ। ਪਰ ਮਾਫ ਕਰਨਾ, ਸਿੱਖ ਨੂੰ ਵਰਜਿਆ ਹੋਇਆ ਮੇਰੇ ਮਾਲਕ ਨੇ, ਇਹ ਫਰੀ ਵਾਲੇ ਪਾਸੇ ਨਹੀਂ ਤੇ ਜਾਣਾ, ਦਾ ਕਰਕੇ ਖਾਇਆ ਕਰ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ। ਪਰ ਸਾਨੂੰ ਚੋਗੇ ਤੇ ਲਾ ਲਿਆ ਅਗਲੇ ਨੇ। ਆ ਲੈ ਤੁਹਾਡੀ ਨਾ 500 ਤੋਂ 1000 ਰੁਪਇਆ ਪੈਨਸ਼ਨ, ਤੁਹਾਡੀ 1000 ਤੋਂ 1500 ਰੁਪਇਆ, ਧੜਾ ਧੜ ਅਸੀਂ ਗੁਲਾਮ ਹੋ ਰਹੇ ਹਾਂਗੇ। ਪਰ ਗੁਰੂ ਦੇ ਸਿੱਖ ਵਿੱਚ ਨਾ ਇੱਕ ਗੁਰੂ ਦੇ ਪ੍ਰਥਾਈ ਸ਼ਰਧਾ ਹੋਣੀ ਚਾਹੀਦੀ ਆ। ਜੋ ਦੇਣਾ ਮੇਰੇ ਮਾਲਕ ਨੇ ਦੇਣਾ, ਹੱਥੀਂ ਕਿਰਤ ਕਰੋ, ਦੱਬ ਕੇ ਕਿਰਤ ਕਰੋ, ਆਪਦਾ ਮਨ ਭਾਉਂਦਾ ਖਾਓ, ਕੌਣ ਰੋਕਦਾ ਤੁਹਾਨੂੰ। ਪਰ ਸਾਨੂੰ ਜਿਵੇਂ ਨਾ ਇੱਕ ਮੰਨ ਲਓ ਵੀ ਅੱਜ ਸਾਡੇ ਪਸ਼ੂ ਨੇ ਘਰਾਂ ਦੇ ਵਿੱਚ, ਇੱਕੋ ਫੀਡ ਤੇ ਗਿੱਜੇ ਹੋਏ ਨੇ, ਗਿੱਜੇ ਵੇ ਨਾ ਵਿਚਾਰੇ, ਉਹਨਾਂ ਨੂੰ ਮਨ ਭਾਉਂਦਾ ਨਹੀਂ ਮਿਲਦਾ ਗਾ। ਹੋ ਸਕਦਾ ਸਾਡੇ ਕਿੱਲੇ ਤੇ ਖੜੀ ਮੱਝ ਦੀ ਭਾਵਨਾ ਅਲੱਗ ਹੋਵੇ, ਮੈਂ ਅੱਜ ਤੂੜੀ ਨਹੀਂ ਖਾਣੀਗੀ, ਮੈਂ ਅੱਜ ਫੀਡ ਨਹੀਂ ਖਾਣਾਗਾ, ਮੈਂ ਅੱਜ ਨਾ ਬਾਹਰੋਂ ਹਰਾ ਪਾਸੋਂ ਚਰ ਕੇ ਆਉਣਾਗਾ, ਉਹਦੀ ਭਾਵਨਾ ਅਲੱਗ ਹੋਵੇ। ਪਰ ਅਸੀਂ ਗੁਲਾਮ ਕੀਤਾ ਉਹਨੂੰ ਵੀ ਤੈਨੂੰ ਫੀਡ ਹੀ ਮਿਲੂ, ਤੜਕੇ 2 ਕਿਲੋ ਮਿਲ ਜੂ, ਦੁਪਹਿਰੇ ਮਿਲ ਜੂ, ਸ਼ਾਮ ਨੂੰ ਮਿਲ ਜੂ, ਤੈਨੂੰ ਰੋਜ਼ਾਨਾ 6 ਕਿਲੋ ਖੁਰਾਕ ਅਸੀਂ ਦੇ ਦੇਣੀ ਹੈ ਤੇ ਤੂੰ ਸਾਡਾ ਕੰਮ ਕਰੀ ਚੱਲ। ਇਵੇਂ ਜਿਵੇਂ ਸਾਡੇ ਗਲਾਂ ਵਿੱਚ ਫੰਦੇ ਪਾ ਕੇ ਸਾਨੂੰ ਗਜਿਆਲਿਆ ਅਗਲੇ ਨੇ ਚੋਗੇ ਤੇ, ਲੈ ਤੈਨੂੰ ਮਹੀਨੇ ਬਾਅਦ 500 ਦੇਵਾਂਗੇ, ਆ ਜਾਇਆ ਕਰ। ਤੇ ਜਦੋਂ ਵੋਟਾਂ ਨੇੜੇ ਆ ਗਈਆਂ ਉਦੋਂ ਹੋ ਸਕਦਾ 500 ਦਾ 1500 ਕਰ ਦੇਗੇ। ਪਰ ਵਾਹਿਗੁਰੂ ਭਲਾ ਕਰੇ ਬੱਚੋ ਭਰਾਵੋ, ਲਾਲਚ ਵਿੱਚ ਨਾ, ਲਾਲਚ ਬੁਰੀ ਬਲਾ। ਪਰ ਗੁਰੂ ਦਾ ਸਿਧਾਂਤ ਕੀ ਕਹਿੰਦਾ, ਜੋ ਆਪਾਂ ਗੱਲ ਕਰਦੇ ਸੀ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਨਿਯਮ ਆ, ਇੱਕ ਸਿਧਾਂਤ ਆ। ਕਿਹੜਾ ਸਿਧਾਂਤ ਆ ਵੀ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜੋ ਹਿਰਦੇ 'ਚ ਆਇਆ ਉਹ ਬੋਲਿਆ। ਬਾਬਰ ਦੇ ਸਾਹਮਣੇ ਬੈਠ ਕੇ ਬਾਬੇ ਨਾਨਕ ਨੇ ਜਾਬਰ ਕਿਹਾ। ਇਹ ਸਿਧਾਂਤ ਆ ਬਾਬੇ ਨਾਨਕ ਦਾ। ਦੁਨੀਆ ਦਾ ਬਾਦਸ਼ਾਹ ਹੋਵੇ ਬਾਬਰ, ਲੋਕ ਉਹਨੂੰ ਮਿਲਣ ਦੇ ਲਈ ਟਾਈਮ ਮੰਗਦੇ ਹੋਣ, ਲੋਕ ਉਹਨੂੰ ਬਾਬਰ ਸਾਹਿਬ ਕਹਿੰਦੇ ਹੋਣ, ਪਰ ਬਾਬੇ ਨਾਨਕ ਨੇ ਸਾਹਿਬ ਤਾਂ ਕੀ ਕਹਿਣਾਗਾ। ਬਾਬੇ ਨਾਨਕ ਨੇ ਤਾਂ ਬਾਬਰ ਨੂੰ ਬਾਬਰ ਵੀ ਨਹੀਂ ਕਿਹਾ, ਬਾਬਰ ਨੂੰ ਜਾਬਰ ਕਿਹਾਗਾ। ਉਹ ਵੀ ਸਾਹਮਣੇ ਅੱਖ ਚੱਖ ਪਾ ਕੇ ਕਿਹਾਗਾ।
ਜੇ ਬਾਬਾ ਨਾਨਕ ਉੱਥੇ ਕਹਿ ਰਿਹਾ ਹੈਗਾ, ਸਾਡੇ ਪ੍ਰਚਾਰਕਾਂ ਨੂੰ, ਸਾਡੇ ਗੁਰਮੁਖ ਪਿਆਰਿਆਂ ਨੂੰ ਪਤਾ ਨਹੀਂ ਕੀ ਪਲੇਗ ਪਈ ਹੈਗੀ, ਇਹ ਬਾਬੇ ਨਾਨਕ ਦੀ ਬਾਣੀ ਸੁਣਾਉਣ ਕੰਨੋਂ ਛੱਡ ਜਾਂਦੇ ਆ, ਕਹਿੰਦੇ ਨਹੀਂ ਲੋਕ ਰੁੱਸ ਜਾਣਗੇ ਜੇ ਸਹੀ ਗੱਲ ਕਰਤੀ। ਤੇ ਗੁਰੂ ਕਹਿੰਦਾ ਕੋਈ ਰੁੱਸਦਾ ਰੁੱਸ ਜੇ ਤਾਂ ਕੀ ਆ। ਇੱਥੇ ਤਾਂ ਗੁਰੂ ਨਾਨਕ ਦੇ ਘਰ 'ਚ ਸ੍ਰੀ ਚੰਦ ਤੇ ਲਖਮੀ ਦਾਸ ਰੁੱਸ ਗਏ ਸੀ। ਜੇ ਗੁਰੂ ਨਾਨਕ ਨੇ ਆਪਣੇ ਪੁੱਤਾਂ ਦੀ ਪਰਵਾਹ ਨਹੀਂ ਕੀਤੀ, ਫਿਰ ਸਾਨੂੰ ਕਿਹਦੀ ਪਰਵਾਹ ਪਿਆਰਿਓ, ਸੋਚਣ ਵਾਲੀ ਗੱਲ ਆ। ਚਲੋ ਕਹਿਣ ਤੋਂ ਭਾਵ ਭਗਤ ਕਬੀਰ ਸਾਹਿਬ ਨੇ ਕੀ ਲਿਖਿਆਗਾ, ਹਿੰਦੂ ਅੰਨਾ, ਇਹਦੀਆਂ ਦੋਨੇ ਫੁੱਟੀਆਂ ਨੇ, ਤੁਰਕੂ ਕਾਣਾ, ਇਹਦੀ ਇੱਕ ਹੈਗੀ ਆ, ਇੱਕ ਫੁੱਟ ਗਈ, ਇਹ ਕਾਣਾ ਗਾ। ਤੇ ਅੱਗੇ ਲਿਖਿਆ ਦੋ ਉਂਗਲਾਂ ਖੜੀਆਂ ਕਰਕੇ ਨਾ ਦੋਹਾਂ ਤੇ ਗਿਆਨੀ ਸਿਆਣਾ। ਗਿਆਨੀ ਕੌਣ? ਜੋ ਗਿਆਨ ਕਮਾਵੇ, ਜਿਹੜਾ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾ ਬੈਠਾ ਨਾ, ਉਹ ਗਿਆਨੀ। ਗਿਆਨੀ ਉਹ ਭਾਵੇਂ ਜਾਤ ਕਰਕੇ ਮੁਸਲਮਾਨ, ਭਾਵੇਂ ਈਸਾਈ ਆ, ਭਾਵੇਂ ਜੈਨੀ, ਬੋਧੀ, ਜੋ ਮਰਜੀ ਹੈ, ਭਾਵੇਂ ਹਿੰਦੂ ਆ, ਜਿਹਨੇ ਗੁਰੂ ਦਾ ਗਿਆਨ ਲੈ ਲਿਆ। ਭਗਤ ਸਾਹਿਬਾਨ, ਭੱਟ ਸਾਹਿਬਾਨ ਹਿੰਦੂ ਪਰਿਵਾਰਾਂ ਨਾਲ ਸੰਬੰਧ ਨੇ, ਪੰਡਤ ਪਰਿਵਾਰਾਂ ਨਾਲ ਸੰਬੰਧ ਨੇ। ਭਗਤ ਜੈਦੇਵ ਤਰਲੋਚਨ ਵਰਗੇ ਪੰਡਤ, ਬਾਬਾ ਮਨੀ ਸਿੰਘ, ਸ਼ਹੀਦ ਬਾਬਾ ਮਨੀ ਸਿੰਘ ਹਿੰਦੂ ਪਰਿਵਾਰ ਨਾਲ ਸੰਬੰਧਤਾ, ਉਹ ਗਿਆਨੀ ਆ ਨਾ। ਤੇ ਭਾਈ ਕਾਹਨ ਸਿੰਘ ਨਾਭੇ ਨੇ ਬਾਬਾ ਮਨੀ ਸਿੰਘ ਜੀ ਦੇ ਅੱਗੇ ਨਾਮ ਅੱਗੇ ਨਾ ਗਿਆਨੀ ਲਿਖਿਆਗਾ। ਤੇ ਗੁਰੂ ਸਾਹਿਬ ਨੇ 52 ਗਿਆਨੀਆਂ ਚੋਂ ਵੱਡਾ ਗਿਆਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਕਿਹਾਗਾ। ਸੋਚੋ, ਇੱਥੇ ਜਾਤ ਪਾਤ ਦਾ ਵਿਤਕਰਾ ਕੋਈ ਨਹੀਂ, ਪਰ ਪਾਤਸ਼ਾਹ ਨੇ ਗੱਲ ਇਹ ਕਹਿਤੀ ਵੀ ਇਹ ਅੰਨੇ ਨੇ, ਇਹਨਾਂ ਨੂੰ ਤਾਂ ਪੱਥਰਾਂ ਤੇ ਵਿਸ਼ਵਾਸ ਆ। ਤੇ ਕਾਣਾ ਤੁਰਕੂ ਨੂੰ ਕਾਣਾ ਕਿਉਂ ਕਿਹਾ? ਕਿਉਂਕਿ ਉਹ ਹਰੇਕ ਚੀਜ਼ ਅੱਗੇ ਤਾਂ ਨਹੀਂ ਝੁਕਦਾ, ਉਹਦਾ ਇੱਕ ਨਿਯਮ ਆ। ਹਿੰਦੂ ਨੂੰ ਤਾਂ ਜਿੱਥੇ ਮਰਜੀ ਝੁਕਾ ਲੈਂਦਾ, ਗੋਹਾ ਵੀ ਖਾਈ ਜਾਂਦੇ ਨੇ ਕਮਲੇ ਨੇ, ਗਾਵਾਂ ਦਾ ਪਸ਼ੂਆਂ ਦਾ ਪਿਸ਼ਾਬ ਪੀ। ਅੰਨਿਆਂ ਦਾ ਕੰਮ ਹੀ ਹੈ ਨਾ। ਅੰਨੇ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਜ਼ਹਿਰ 'ਚ ਹੱਥ ਪਾਇਆ ਜਾਂ ਅੰਮ੍ਰਿਤ 'ਚ ਹੱਥ ਪਾਇਆ, ਉਹਨੂੰ ਦੱਸਣਾ ਪੈਂਦਾ ਵੀ ਆਹ ਜ਼ਹਿਰ ਆ, ਆਹ ਅੰਮ੍ਰਿਤ ਆਗਾ, ਆਹ ਮਿੱਠਾ ਗਾ, ਆਹ ਕੌੜਾ ਗਾ, ਉਹਨੂੰ ਦੱਸਣਾ ਪੈਂਦਾ। ਨਹੀਂ ਉਹਨੇ ਤਾਂ ਜਾ ਕੇ ਮੂੰਹ 'ਚ ਹੀ ਪਾ ਲੈਣਾ ਗਾ। ਤੇ ਇਹ ਕਮਲੇ ਅੱਜ ਆਪਾਂ ਨੂੰ ਪਤਾ ਵੀ ਕਿਵੇਂ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ, ਗੋਹਾ ਖਾਈ ਜਾਂਦੇ ਨੇ, ਮੂਤ ਪੀ ਜਾਂਦੇ ਨੇ। ਕੀ ਜੀਵਨ ਆ। ਤਾਂਹੀਓ ਬਾਬੇ ਨਾਨਕ ਨੇ ਹਜ਼ਾਰਾਂ ਸਾਲ ਪਹਿਲਾਂ ਲਿਖਤਾ ਹੈ, ਕਾਣ ਕਾਣ ਅੰਨੇ ਨੇ ਇਹ। ਪਰ ਮੁਸਲਮਾਨ ਨੂੰ ਕਾਣਾ ਕਿਉਂ ਕਿਹਾ? ਕਿਉਂਕਿ ਉਹ ਇੱਕ ਮਸੀਤ ਦੇ ਅੰਦਰ ਕਬਰ ਤੇ ਵਿਸ਼ਵਾਸ ਰੱਖਦਾ, ਇੱਕ ਤੇ ਰੱਖਦਾਗਾ ਕਬਰ ਤੇ, ਪਰ ਉਹਦਾ ਕਬਰ ਤੇ ਵਿਸ਼ਵਾਸ ਰੱਖਣਾ ਵੀ ਗਲਤ ਆ। ਉਹ ਹੋਰ ਕਿਤੇ ਨਹੀਂ ਝੁਕਦਾ, ਇਸ ਕਰਕੇ ਹੋਰ ਕਿਤੇ ਨਹੀਂ ਝੁਕਦਾ। ਇੰਨੀ ਅੱਖ ਤਾਂ ਖੁੱਲ ਗਈ, ਪਰ ਇੱਥੇ ਆ ਕੇ ਦੂਜੀ ਅੱਖ ਬੰਦ ਹੋ ਗਈ, ਕਿਉਂਕਿ ਉਹ ਇਕੱਲੀ ਕਬਰ ਤੇ ਵਿਸ਼ਵਾਸ ਰੱਖਦਾ। ਚਲੋ ਕਹਿਣ ਤੋਂ ਮੁਰਾਦ, ਪਾਤਸ਼ਾਹ ਨੇ ਬਾਣੀ 'ਚ ਲਿਖਦਾ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ। ਇਹ ਭਾਈ ਮੰਝ ਨੇ ਪਾਵਨ ਬਾਣੀ ਦੇ ਸ਼ਬਦ ਕੰਨੀ ਸੁਣ ਲੇ। ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਸੁਣ ਲਿਆ, ਇਹ ਸਾਰਾ ਕੁਛ ਸੁਣ ਲਿਆ ਨਾ। ਤੇ ਉੱਠਿਆ, ਆਪਣੇ ਜਥੇ ਵਾਲਿਆਂ ਨੂੰ ਕਹਿੰਦਾ ਜੇ ਤਾਂ ਮੇਰੇ ਨਾਲ ਆਉਣਾ ਆ ਜਾਓ, ਮੈਂ ਤਾਂ ਉੱਥੇ ਜਾ ਕੇ ਆਉਣਾ। ਕਿੱਥੇ? ਆ ਨਗਾਹੇ ਵਾਲੇ ਪਾਸੇ ਦਾ ਬਾਅਦ ਜਾਵਾਂਗੇ, ਇੱਧਰ ਨਹੀਂ ਜਾਣਾ ਹੁਣ ਮੈਂ ਤਾਂ ਉੱਥੇ ਜਾ ਕੇ ਆਉਣਾਗਾ। ਕਿੱਥੇ? ਜਿੱਥੋਂ ਆ ਆਵਾਜ਼ ਆਉਂਦੀ ਆ। ਇਹ ਆਵਾਜ਼ ਕਿੱਥੋਂ ਆਉਂਦੀ ਆ? ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਿਰਦੇ ਚੋਂ ਆਉਂਦੀ ਆ। ਇਹ ਹਰਮੰਦਰ ਚੋਂ ਆਵਾਜ਼ ਆਉਂਦੀ ਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਵਗ ਗਿਆ ਤੇ ਜਾ ਕੇ ਬੇਨਤੀ ਕਰਦਾ, ਪਾਤਸ਼ਾਹ ਜੋ ਮੇਰੇ ਹੱਡ ਤੇ ਮਾਰੇਗਾ ਨਾ ਤੁਸੀਂ, ਇਹ ਬਿਲਕੁਲ ਸਹੀ ਗੱਲਾਂ ਨੇ, ਤੁਸੀਂ ਕਿਰਪਾ ਕਰ ਦਿਓ। ਮੈਂ ਤੁਹਾਡੇ ਕੋਲੇ ਆ ਗਿਆ, ਆ ਕੇ ਬਹੁਤ ਕੁਝ ਵੇਖ ਲਿਆ, ਬਹੁਤ ਕੁਝ ਸੁਣ ਲਿਆ। ਆ ਬੜੇ ਮੇਰੇ ਸਾਥੀ ਨੇ ਜਿਹੜੇ ਕਿ ਗੁਰੂ ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਸਿੱਖ ਬਣ ਗਏ, ਮੈਨੂੰ ਵੀ ਸਿੱਖ ਬਣਾ ਲਓ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਭਾਈ ਮੰਝ ਕੰਗਮਈ ਪਿੰਡ ਦਾ ਰਹਿਣ ਵਾਲਾ, ਮਾਝੇ ਦਾ। ਤੇ ਇਹ ਗੁਰੂ ਨਾਨਕ ਸਾਹਿਬ ਦੇ ਘਰੇ ਆ ਕੇ ਨਾ, ਗੁਰੂ ਨਾਨਕ ਸਾਹਿਬ ਤੋਂ ਲਾਲਾਂ ਵਾਲੇ ਦੀ ਪੂਜਾ ਛੱਡ ਕੇ, ਨਗਾਹੇ ਵਾਲਿਆਂ ਦੀ ਪੂਜਾ, ਜੋ ਵੀ ਹਨ ਇਹਨਾਂ ਦੀ ਪੂਜਾ ਛੱਡ ਕੇ, ਗੁਰੂ ਨਾਨਕ ਸਾਹਿਬ ਤੋਂ ਝੋਲੀ ਅੱਡ ਕੇ ਸਿੱਖੀ ਮੰਗ ਲਈ ਇਹਨੇ। ਤੇ ਕੀ ਕਿਹਾ? ਸਿੱਖ ਬਣਾ ਲਓ। ਤੇ ਪੰਜਵੇਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਸੀ। ਨਾਲੇ ਨੇ ਕੀ ਕਿਹਾ ਨਾ, ਕਹਿੰਦਾ ਪਾਤਸ਼ਾਹ ਮੇਰੇ ਘਰੇ ਨਾ ਕਬਰਾਂ ਲੱਗੀਆਂ ਹੋਈਆਂ ਨੇ, ਤੇ ਮੈਂ ਨਾ ਮੁਖੀਆਂ ਪ੍ਰਧਾਨ ਆ ਮੈਂ ਇਹਨਾਂ ਦਾ। ਆਹ ਦੇਖੋ ਬਹੁਤ ਲੋਕ ਨੇ, ਬਹੁਤੇ ਤਾਂ ਆਕੜ ਗਏ ਸੀ, ਕਹਿੰਦੇ ਅਸੀਂ ਨਹੀਂ ਜਾਂਦੇਗੇ, ਇਹ ਤਾਂ ਹੋਰ ਹੀ ਪਾਸੇ ਚੱਲ ਪਿਆ। ਪਰ ਹੋਰ ਪਾਸੇ ਨਹੀਂ ਗਿਆ, ਸਿੱਧੇ ਪਾਸੇ ਚੱਲ ਪਿਆ। ਜਿਹੜੇ ਆਕੜੇ ਸੀ ਉਹ ਇਉਂ ਮੰਨ ਲਓ ਅੱਜ ਉਹਨਾਂ ਦਾ ਖੂਨ ਸਾਡੇ ਵਿੱਚ ਹੈ, ਅਸੀਂ ਸਿੱਖ ਵੀ ਆ ਤੇ ਵੀਰਵਾਰ ਖੁੰਝਣ ਵੀ ਨਹੀਂ ਦੇ ਚਿਰਾਗ ਲਾਉਣ ਕੰਨੋਂ।
ਅਸੀਂ ਦੋਨੇ ਕੰਮ ਹੀ ਕਰ ਲੈਨੇ। ਅਸੀਂ ਲਾਲਾਂ ਵਾਲੇ ਦੇ ਸਿੱਖ ਵੀ ਆ, ਅਸੀਂ ਸਖੀ ਸਰਬਰੀਆਂ ਦੇ ਸਿੱਖ ਵੀ ਆ। ਜਿੱਥੇ ਮਰਜੀ ਲੈ ਜੋ ਮੜੀਆਂ ਵਾਲੇ ਬਾਬਿਆਂ ਦੇ ਵੀ ਸਿੱਖ ਆ। ਅਸੀਂ ਤਾਂ ਮਟੀਆਂ ਤੇ ਵੀ ਝੰਡੇ ਲਾਤੇ। ਲੈ ਕਮਾਲ ਦੀ ਗੱਲ ਆ, ਝੰਡਾ ਨਾਨਕ ਦੇ ਘਰ ਚ ਲੱਗਦਾ ਕੱਲੇ ਚ, ਕੱਲੇ ਗੁਰੂ ਨਾਨਕ ਸਾਹਿਬ ਦੇ ਘਰੇ ਨਿਸ਼ਾਨ ਸਾਹਿਬ ਲੱਗਦਾ, ਅਸੀਂ ਮਟੀਆਂ ਤੇ ਵੀ ਲਾਤੇ। ਇਹ ਸਾਡੀ ਸਿੱਖੀ ਹੈਗੀ। ਐ ਥੋੜੀ ਸਿੱਖ ਬਣੀਦਾਗਾ। ਚਲੋ ਗੁਰੂ ਕਿਰਪਾ ਕਰੇ। ਤੇ ਇੱਥੇ ਤਾਂ ਬਹੁਤੇ ਤਾਂ ਭਾਈ ਮੱਝ ਦੇ ਪਿੱਛੇ ਆ ਗਏ, ਜਿਨ੍ਹਾਂ ਨੂੰ ਅਕਲ ਸੀ ਮਾੜੀ ਮੋਟੀ, ਤੇ ਬਹੁਤੇ ਆਕੜ 'ਚ ਰਹਿ ਗਏ। ਜਿਹੜੇ ਰਹਿ ਗਏ ਉਹਨਾਂ ਦਾ ਖੂਨ ਅੱਜ ਸਾਡੇ 'ਚ ਹੈਗਾ ਗਾ। ਤੇ ਭਾਈ ਮੱਝ ਨੇ ਜਦੋਂ ਕਿਹਾ ਨਾ, ਪਾਤਸ਼ਾਹ ਮੇਰੇ ਘਰੇ ਮੜੀਆਂ ਮਸਾਣਾ ਕਬਰਾਂ ਲੱਗੀਆਂ ਹੋਈਆਂ, ਬਸ ਮੈਂ ਤਾਂ ਫੈਸਲਾ ਲੈ ਲਿਆ। ਫੈਸਲਾ ਕੀ ਲੈ ਲਿਆ? ਪਾਤਸ਼ਾਹ ਕਿਰਪਾ ਕਰੋ, 2 ਸਿੱਖਾਂ ਨੂੰ ਮੇਰੇ ਨਾਲ ਤੋਰੋ, ਮੈਂ ਤਾਂ ਸਾਰਾ ਕੁਝ ਢਾਹ ਕੇ ਤੁਹਾਡਾ ਸਿੱਖ ਬਣਨਾ, ਤੇ ਮੈਨੂੰ ਸਿੱਖੀ ਦੀ ਦਾਤ ਦਿਓ, ਤੇ ਉਹ ਸਾਰਾ ਕੁਝ ਢਹਾ ਕੇ ਨਾ ਬਸ ਮੈਨੂੰ ਆਪਣੇ ਦਰ ਘਰ ਦੀ ਸੇਵਾ ਬਖਸ਼ ਦਿਓ। ਜਦੋਂ ਬੇਨਤੀ ਕੀਤੀ ਹੈ ਨਾ, ਗੁਰੂ ਸਾਹਿਬ ਨੇ ਜਵਾਬ ਦਿੱਤਾ, ਭਾਈ ਮੱਝ ਤੇਰੀਆਂ ਗੱਲਾਂ ਬਾਕੀ ਸਾਰੀਆਂ ਸਹੀ ਨੇਗੀਆਂ, ਤੂੰ ਸਿੱਖੀ ਮੰਗੀ ਆ ਮਿਲ ਜੂ, ਪਰ ਅੱਜ ਨਹੀਂ। ਤੂੰ ਗੱਲਾਂ ਕੀਤੀਆਂ ਨੇ ਕਿ ਵੀ ਮੈਂ ਇਹਨਾਂ ਦਾ ਮੋਢੀ ਆ, ਮੁਖੀਆਂ ਗਾ, ਮੈਂ ਅੱਜ ਤੋਂ ਬਾਅਦ ਉਹ ਮਨਮਤ ਛੱਡਤੀ। ਅਸੀਂ ਨਹੀਂ ਕਹਿੰਦੇ ਵੀ ਛੱਡ ਨਾ ਛੱਡ, ਤੂੰ ਮੁਖੀਆਂ ਗਾ, ਇੱਧਰ ਆ। ਸਾਡਾ ਮਕਸਦ ਵੋਟਾਂ ਵਧਾਉਣਾ ਨਹੀਂ, ਸਾਡਾ ਮਕਸਦ ਜੀਵਨ ਸੋਹਣਾ ਬਣਾਉਣਾ। ਇੱਥੇ ਗਿਣਤੀ ਨਹੀਂ ਨਾ। ਅੱਜ ਤਾਂ ਬਾਬੇ ਨਾਲ ਗਿਣਤੀ ਵੀ ਦੱਸਦੇ ਵੀ ਇੰਨੀ ਗਿਣਤੀ ਹੋ ਗਈ ਭਾਈ ਫਲਾਨੇ ਥਾਂ ਤੇ ਫਲਾਨੇ ਬਾਬੇ ਦੇ ਸਿੱਖਾਂ ਦੀ, ਚੇਲਿਆਂ ਦੀ। ਪਰ ਮਾਫ ਕਰਨਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗਿਣਤੀ ਨਹੀਂ, ਗੁਣਾਂ ਦੀ ਗੱਲ ਆ। ਕਿੰਨੇ ਗੁਣਾਂ ਵਾਲੇ ਕਿੰਨੇ ਨੇ। ਗਿਣਤੀ ਭਾਵੇਂ ਥੋੜੀ ਜਿਹੀ ਹੋਵੇ, ਗੁਣ ਕਿੰਨੇ ਕਿੰਨੇ। ਮਣ ਦੁੱਧ ਆ ਨਾ, ਮਲਾਈ ਗ੍ਰਾਮਾਂ 'ਚ ਹੀ ਹੁੰਦੀ ਆ, ਮਲਾਈ ਕੁਆਂਟਲਾਂ 'ਚ ਨਹੀਂ ਹੁੰਦੀਗੀ। ਤੇ ਗੁਰੂ ਸਾਹਿਬ ਨੇ ਸਾਨੂੰ ਮਲਾਈ ਕਿਹਾਗਾ, ਤੇ ਮਲਾਈ ਦਾ ਮੁੱਲ ਹੈਗਾ, ਮਲਾਈ ਦੀ ਮੁੱਲ ਆ ਨਾ। ਚਲੋ ਇਸ ਗੱਲ ਨੂੰ ਪਾਤਸ਼ਾਹ ਜੀ ਤੁਸੀਂ ਸਮਝ ਦਿਓਗੇ। ਇੱਥੇ ਗੁਰੂ ਸਾਹਿਬ ਕਹਿੰਦੇ ਭਾਈ ਤੈਨੂੰ ਸਿੱਖੀ ਮਿਲ ਜੂ, ਪਰ ਇਉਂ ਨਹੀਂ। ਮੜੀਆਂ ਮਸਾਣਾ ਕਬਰਾਂ ਢਹਿ ਜਾਣਗੀਆਂ, ਪਰ ਤੇਰੇ ਮੁਤਾਬਕ ਨਹੀਂ। ਇਹ ਤੈਨੂੰ ਖੁਦ ਨੂੰ ਢਾਉਣੀਆਂ ਪੈਣੀਆਂ। ਕੋਈ ਬਣਾਈਆਂ ਵੀ ਤੈਂ ਸੀ ਨਾ, ਤੇ ਢਾਉਣੀਆਂ ਵੀ ਤੈਨੂੰ ਪੈਣੀਆਂ। ਤੇ ਪਾਤਸ਼ਾਹ ਚੱਲ ਮੈਂ ਢਾਤਾ ਹੂੰ, ਪਰ ਸਿੱਖ ਤਾਂ ਬਣਾ ਲਓ। ਜਿੱਦੇ ਤੂੰ ਢਾ ਕੇ ਆ ਗਿਆ, ਕਹਿੰਦਾ ਠੀਕ ਆ ਜੀ, ਉਹਦੇ ਤੈਨੂੰ ਸਿੱਖੀ ਮਿਲ ਜੂਗੀ। ਪਹਿਲਾਂ ਨਾ ਆਪਣੇ ਘਰ ਚੋਂ ਢਾ, ਫਿਰ ਆਪਣੇ ਦਿਮਾਗ ਚੋਂ ਢਾਈ। ਘਰ ਚੋਂ ਢਾਹੇਗਾ, ਤੂੰ ਇਸ ਰਸਤੇ ਤੇ ਚੱਲ ਪਿਆ, ਤੇ ਜਦੋਂ ਰਸਤੇ ਤੇ ਚੱਲ ਪਿਆ ਨਾ, ਤੇ ਜਦੋਂ ਹਿਰਦੇ ਚੋਂ ਢਾਤੀਆਂ, ਤੇ ਫਿਰ ਤੂੰ ਗੁਰੂ ਦੇ ਘਰ ਪਹੁੰਚ ਜਾਵੇਂਗਾ। ਜਦੋਂ ਗੁਰੂ ਦੇ ਘਰ ਚ ਪਹੁੰਚ ਗਿਆ, ਤੇ ਫਿਰ ਅਸੀਂ ਇੱਟ ਰੱਖਾਂਗੇ, ਫਿਰ ਅਸੀਂ ਇੱਟ ਰੱਖਾਂਗੇ, ਨਿਉ ਰੱਖਾਂਗੇ। ਫਿਰ ਉਹ ਨਿਉ ਇਸ ਤਰੀਕੇ ਨਾਲ ਰੱਖਾਂਗੇ, ਤੂੰ ਜਿੱਡਾ ਮਰਜੀ ਬੰਗਲਾ ਉਸਾਰ ਲਈ, ਕਦੇ ਡੋਲੇਗਾ ਨਹੀਂ। ਇਹ ਗੁਰੂ ਸਾਹਿਬ ਨੇ ਭਾਈ ਮੰਝ ਨੂੰ ਗੱਲ ਕਹੀ ਆ, ਪੰਜਵੇਂ ਪਾਤਸ਼ਾਹ ਨੇ। ਪਹਿਲਾਂ ਤਾਂ ਬਾਹਰੋਂ ਢਾ ਦੇ, 7 ਬਚਨ ਜੀ ਕਹਿੰਦਾ। ਦੇਖੋ ਗੁਰੂ ਦਾ ਸਿੱਖ ਆ ਹੋਣਾ ਚਾਹੀਦਾ। ਇੱਥੇ ਤਾਂ ਨਾ ਜੇ ਕੋਈ ਪਹਿਲੀ ਗੱਲ ਤਾਂ ਮੜੀਆਂ ਮਸਾਣਾ ਢਾਉਣ ਨੂੰ ਤਿਆਰ ਨਹੀਂ। ਜੇ ਕੋਈ ਢਾਉਣ ਦਾ ਜਿਗਰਾ ਵੀ ਕਰ ਲੇ, ਮਤਲਬ ਕਿ ਮਨਾ ਲੇ ਨਾ ਆਪਣੇ ਹਿਰਦੇ 'ਚ ਵੀ ਹਾਂ ਯਾਰ ਮੈਂ ਚੱਕਣੀ ਆ ਮੱਟੀ, ਵੀ ਖਤਮ ਕਰਨੀ ਆ, ਫਿਰ ਨਾ ਗੁਰਦੁਆਰੇ ਆ ਕੇ ਬੇਨਤੀ ਕਰ, ਭਾਈ ਸਾਹਿਬ ਸਾਡੀ ਮੱਟੀ ਢਾਇਓ। ਲੈ ਮੱਟੀ ਢਾਇਓ ਸਾਡੀ, ਵੀ ਤੂੰ ਬਣਾਈ ਸੀ ਤੂੰ ਹੀ ਢਾਹ ਲਾ, ਭਾਈ ਸੀ ਘਟਾਈਏ। ਚਲੋ ਗੁਰੂ ਕਿਰਪਾ ਕਰੀ। ਵੀ ਭਾਵ ਜਿਹੜਾ ਕਹਿੰਦਾ ਨਾ ਸਾਡੀ ਮੱਟੀ ਚੱਕ ਲਿਓ ਜਾਂ ਢਾਹ ਦਿਓ, ਜਾਂ ਸਾਡੀ ਮੱਟੀ ਵਾਲਾ ਦਰਖਤ ਪੱਟ ਲਓ, ਵਿੱਚੇ ਮੱਟੀ ਚੱਕ ਲਿਓ, ਇਹਦਾ ਮਤਲਬ ਹਜੇ ਉਹਦੇ ਅੰਦਰੋਂ ਮੱਟੀ ਨਹੀਂ ਢਾਈ, ਬਾਹਰੋਂ ਢਾਈ। ਬਾਹਰੋਂ ਤਾਂ ਉਹ ਆਪ ਨਹੀਂ ਢਾਈ, ਉਹਨੇ ਕਿਸੇ ਨੇ ਢਾਈ ਆ, ਹਜੇ ਤੋਂ ਅੰਦਰੋਂ ਮੱਟੀ ਨਹੀਂ ਢਾਈਗੀ। ਤੇ ਪੰਜਵੇਂ ਪਾਤਸ਼ਾਹ ਨੇ ਕਿਹਾ ਪਹਿਲਾਂ ਤਾਂ ਬਾਹਰੋਂ ਢਾਹ ਦੇ, ਆਪ ਢਾਉਣੀਆਂ, ਤਾਂ ਅਸੀਂ ਨਹੀਂ ਢਾਉਣੀਆਂ। ਥੋੜਾ ਘਣ ਚੱਕ ਢਾਹ ਉਹਨਾਂ ਕਬਰਾਂ ਨੂੰ। ਜਦੋਂ ਬਾਹਰੋਂ ਢਹਿ ਗਈਆਂ, ਇਹਦਾ ਮਤਲਬ ਤੂੰ ਸਿੱਖੀ ਵਾਲੇ ਮਾਰਗ ਤੇ ਤੁਰ ਪਿਆ, ਬਾਹਰੋਂ ਢਹਿ ਗਈਆਂ। ਜਦੋਂ ਹਿਰਦੇ ਚੋਂ ਢਹਿ ਗਈਆਂ, ਦਿਮਾਗ ਚੋਂ ਢਹਿ ਗਈਆਂ, ਫਿਰ ਤੂੰ ਗੁਰੂ ਦੇ ਘਰੇ ਪਹੁੰਚ ਗਿਆ। ਜਦੋਂ ਗੁਰੂ ਦੇ ਘਰੇ ਪਹੁੰਚ ਗਿਆ, ਤੇ ਗੁਰੂ ਸਾਹਿਬ ਨੇ ਸਾਫ਼ ਨਿਉ ਦੇਖੀ, ਟੋਆ ਪੱਟਿਆ ਹੋਇਆ ਨਾ, ਸਾਫ਼ ਦੇਖਿਆ ਵੀ ਵਿੱਚੋਂ ਕੂੜ ਕਵਾੜੇ ਨੇ ਕੱਢਤਾ, ਕੁੱਟ ਕੇ ਐਨ ਬਿਲਕੁਲ ਖੱਡਾ ਤਿਆਰ ਕਰ ਲਿਆ। ਹੁਣ ਤਾਂ ਵਿੱਚ ਨਾ ਇੱਟਾਂ ਹੀ ਧਰਨੀਆਂ, ਮਤਲਬ ਕਿ ਨਵੇਂ ਸਿਰਿਓਂ ਨਿਉ ਧਰਨੀ ਆ। ਫਿਰ ਨਿਉ ਬਾਬਾ ਨਾਨਕ ਧਰ ਦਿੰਦਾ। ਜਿਨ੍ਹਾਂ ਦੀ ਨਿਉ ਸਿੱਖੀ ਦੀ ਬਾਬੇ ਨਾਨਕ ਨੇ ਧਰਤੀ, ਫਿਰ ਉਹ ਆਰਿਆਂ ਥੱਲੇ ਵੀ ਬਹਿ ਜਾਂਦੇ ਨੇ, ਉਹ ਮਹਿਲ ਢਹਿੰਦੇ ਨਹੀਂ। ਫਿਰ ਉਹ ਨਾ ਨੀਹਾਂ ਵਿੱਚ ਵੀ ਖੜ ਜਾਂਦੇ ਨੇ, ਫਿਰ ਉਹ ਮਹਿਲ ਢਹਿੰਦੇ ਨਹੀਂ। ਜਿਨ੍ਹਾਂ ਦੀ ਨਿਉ ਬਾਬੇ ਨਾਨਕ ਨੇ ਧਰੀ ਆ, ਤੇ ਜਿਨ੍ਹਾਂ ਦੀ ਕਿਸੇ ਦੇਹ ਨੇ ਧਰੀ ਆ, ਉਹ ਢਹਿ ਜਾਂਦੇ ਨੇ, ਉਹ ਵਿਕ ਜਾਂਦੇ ਨੇ।
ਵਿਕ ਜਾਂਦੇ ਨਾ। ਫਿਰ ਇਸ ਕਰਕੇ ਬਾਬੇ ਨਾਨਕ ਦੇ ਘਰ ਦਾ ਸਿਧਾਂਤ ਆ। ਫਿਰ ਪੰਜਵੇਂ ਪਾਤਸ਼ਾਹ ਨੇ ਗੱਲ ਕਹੀ ਨਾ, ਤੂੰ ਆ ਜੀ ਤੇ ਫਿਰ ਮੈਂ ਨਿਉਂ ਧਰ ਦੂੰਗਾ, ਇੰਨਾ ਕੰਮ ਮੈਂ ਕਰ ਦੂੰ, ਪਹਿਲਾਂ ਵਾਲੇ ਕੰਮ ਸਾਰੇ ਤੂੰ ਕਰਿਆ। ਭਾਈ ਮੰਝ ਨੂੰ ਤਾਂ ਹੁਣ ਉਬਲਾ ਚੁਬਲੀ ਲੱਗੀ ਪਈ ਸੀਗੀ, ਹੁਣ ਤਾਂ ਬਸ ਨਗਾਹੇ ਜਾਣ ਦੀ ਬਜਾਏ, ਸਿੱਧਾ ਲੰਘਣ ਦੀ ਬਜਾਏ ਪਿੱਛੇ ਮੁੜਿਆ, ਨਾਲਦਿਆਂ ਨੂੰ ਕਹਿੰਦਾ ਤੁਸੀਂ ਜਾਣਾ ਜਾਓ, ਬਸ ਮੈਂ ਸਾਰਾ ਕੁਝ ਤਿਆਗਿਆ, ਮੈਂ ਛੱਡਤਾ ਸਾਰਾ ਕੁਛ। ਪਿੰਡ ਪਹੁੰਚਿਆ, ਕਬਰਾਂ ਢਾਉਣ ਲੱਗ ਗਿਆ, ਪਿੰਡ ਵਾਸੀ ਪਹੁੰਚ ਗਏ, ਲੈ ਤੂੰ ਕਾਮਲਾ ਹੋਇਆਗਾ, ਇਹ ਕੀ ਕਰੀ ਜਾਨਾਗਾ, ਤੂੰ ਤਾਂ ਮੁਖੀਆ ਸੀ। ਕਹਿੰਦਾ ਅੱਜ ਤੋਂ ਬਾਅਦ ਇਹ ਪ੍ਰਧਾਨਗੀਆਂ ਛੱਡੀਆਂ, ਖਤਮ ਆ ਕੰਮ, ਮੈਂ ਢਾਤੀਆਂ। ਲੋਕ ਕੀ ਕਹਿੰਦੇ ਨੇ, ਕਹਿੰਦੇ ਕਮਲਾ ਹੋ ਗਿਆ, ਕਮਲਾ ਹੋ ਗਿਆ, ਇਹਦੇ ਤਾਂ ਲਾਲਾ ਵਾਲਾ ਪੁੱਠਾ ਪੈ ਗਿਆ, ਸਖੀ ਸਰ ਵਰਗੇ ਪੁੱਠੇ ਪੈ ਗਏ, ਪੀਰ ਭਾਰੂ ਹੋ ਗਿਆ, ਇਦਾਂ ਦੀਆਂ ਗੱਲਾਂ ਕਰਨ ਲੱਗੇ ਨਾ। ਪਰ ਵਿੱਚ ਚੌਧਰੀ ਪਹੁੰਚ ਗਏ, ਉਹ ਕਹਿੰਦੇ ਇਹਨੇ ਨਾ ਕਬਰਾਂ ਦੀ ਮੜੀਆਂ ਮਸਾਣਾਂ ਦੀ ਬੇਇੱਜ਼ਤੀ ਕੀਤੀ, ਇਹਨੂੰ ਪਿੰਡ ਚੋਂ ਤਿਆਗੋ, ਪਿੰਡ ਚੋਂ ਤਿਆਗੋ। ਕਹਿਣ ਤੋਂ ਭਾਵ ਕੰਗਮਈ ਪਿੰਡ ਦੇ ਵਿੱਚੋਂ ਭਾਈ ਮੰਝ ਦਾ ਭਾਂਡਾ ਤਿਆਗਤਾ, ਤੇ ਨਾਲ ਕੀ ਕਿਹਾਗਾ, ਤੈਨੂੰ ਇਸ ਪਿੰਡ ਵਿੱਚ ਕੋਈ ਥਾਂ ਨਹੀਂ। ਜਦੋਂ ਆ ਗੱਲ ਕਹੀ ਨਾ, ਤੈਨੂੰ ਇਸ ਪਿੰਡ ਵਿੱਚ ਕੋਈ ਥਾਂ ਨਹੀਂ, ਤੇ ਭਾਈ ਮੰਝ ਨੇ ਕਿਹਾ, ਕਹਿੰਦਾ ਮੈਨੂੰ ਪੰਜਵੇਂ ਪਾਤਸ਼ਾਹ ਦੀ ਗੋਦੀ 'ਚ ਥਾਂ ਮਿਲ ਗਈ, ਮੈਂ ਤੁਹਾਡੇ ਪਿੰਡ ਤੋਂ ਟੰਡੀਆਂ ਲੈਣੀਆਂ। ਇਹੀ ਗੱਲ ਕਹੀ ਹੈ ਨਾ, ਮੈਂ ਕੀ ਲੈਣਾਗਾ, ਜੀ ਸਦਕੇ ਤਿਆਗ ਦੋ ਮੇਰਾ ਭਾਂਡਾ, ਕੋਈ ਪਰਵਾਹ ਨਹੀਂ। ਤੁਸੀਂ ਗੱਲ ਕੀਤੀ ਹੈ ਪਿੰਡ 'ਚ ਥਾਂ ਨਹੀਂ, ਮੈਂ ਪਿੰਡ ਤੋਂ ਕੀ ਲੈਣਾ, ਮੈਨੂੰ ਪੰਜਵੇਂ ਪਾਤਸ਼ਾਹ ਬਾਬੇ ਨਾਨਕ ਦੀ ਗੋਦੀ 'ਚ ਥਾਂ ਮਿਲ ਗਈ, ਮੈਂ ਕੀ ਲੈਣਾ। ਰਾਤ ਆਪਾਂ ਸੁਣਿਆ ਸੀ ਨਾ, ਆਪਣਾ ਜੋਗੀ ਅੱਲਾ ਯਾਰ ਖਾਂ, ਉਹਦੇ ਨਾਲ ਵੀ ਏਦਾਂ ਹੋਇਆ ਸੀਗਾ। ਪਰਿਵਾਰ ਨੇ, ਪਿਛੋਕੜ ਨੇ, ਜੋ ਦੀ ਭਾਈਚਾਰਾ ਸੀ, ਭਾਈਚਾਰੇ ਨੇ ਭਾਂਡਾ ਤਿਆਗਤਾ, ਕਿਹਦਾ, ਜੋਗੀ ਅੱਲਾ ਯਾਰ ਖਾਂ ਦਾ, ਮੁਸਲਮਾਨ ਭਰਾ ਦਾ। ਤੇ ਉਹਨੂੰ ਵੀ ਇਹੀ ਗੱਲ ਕਹੀ ਸੀ, ਤੈਨੂੰ ਅਸੀਂ ਆਪਣੇ ਕੋੜ ਵਿੱਚ ਕੋਈ ਥਾਂ ਨਹੀਂ ਦੇਵਾਂਗੇ। ਤੇ ਉਹਨੇ ਵੀ ਇਹੀ ਗੱਲ ਕਹੀ ਸੀ, ਕਹਿੰਦਾ ਮੈਨੂੰ ਤਾਂ 10ਵੇਂ ਪਾਤਸ਼ਾਹ ਦੀ ਬੁੱਕਲ 'ਚ ਥਾਂ ਮਿਲ ਗਿਆ, ਮੈਂ ਤੁਹਾਡੇ ਤੋਂ ਕੀ ਲੈਣਾ, ਨਾ ਦਿਓ ਮੈਂ ਕੀ ਲੈਣਾਗਾ। ਆਹ ਹੁੰਦੀ ਹੈ ਸਿੱਖੀ। ਤੇ ਅੱਜ ਸਾਨੂੰ ਗੁਰੂ ਦੀ ਗੋਦ 'ਚ ਥਾਂ ਨਹੀਂ ਚੰਗੀ ਲੱਗਦੀ, ਸਾਨੂੰ ਲੀਡਰਾਂ ਦੀ ਗੋਦੀ ਚੰਗੀ ਲੱਗਦੀ ਆ। ਅੱਜ ਸਾਨੂੰ ਨਾ ਬਾਬਿਆਂ ਦੀ ਗੋਦੀ ਚੰਗੀ ਲੱਗਦੀ ਹੈ। ਬਾਬਾ ਕਿਹੜਾ ਆਸ਼ੀਰਵਾਦ ਦੇਊਗਾ, ਐਂ ਜੇ ਹੱਥ ਕਰਕੇ ਨਾ, ਕਿਹੜਾ ਦੇਊ ਆਸ਼ੀਰਵਾਦ। ਆ ਬਾਬੇ ਨਾਨਕ ਦਾ ਆਸ਼ੀਰਵਾਦ ਨਹੀਂ ਚੰਗਾ ਲੱਗਦਾ। ਇਹ ਕਿਵੇਂ ਦਿੰਦਾ, ਆਸ਼ੀਰਵਾਦ ਦੇਈ ਜਾਂਦਾ ਨਾ ਬਾਬਾ। ਅਸੀਂ ਤਾਂ ਇੱਕ ਸਪੀਕਰ ਦਾ ਕੰਮ ਕਰਦੇ ਆਂ, ਗੱਲਾਂ ਤਾਂ ਸਾਰੀਆਂ ਬਾਬੇ ਨਾਨਕ ਦੀਆਂ। ਫਿਰ ਅਰਦਾਸ ਕਰੂ ਬਾਬਾ ਨਾਨਕ, ਉਹ ਵੀ ਆਸ਼ੀਰਵਾਦ ਦਿੰਦਾਗਾ। ਫਿਰ ਬਾਬੇ ਨਾਨਕ ਨੇ ਹੁਕਮਨਾਮਾ ਦੇਣਾਗਾ, ਉਹ ਵੀ ਆਸ਼ੀਰਵਾਦ ਦੇਊਗਾ। ਆਹ ਆਸ਼ੀਰਵਾਦ ਤਾਂ ਕਿਸੇ ਬਿਰਲੇ ਬਿਰਲੇ ਦੇ ਹਿੱਸੇ ਆਉਂਦਾਗਾ, ਨਹੀਂ ਤਾਂ ਲੋਕ ਪੂਰਨਮਾਸੀ ਮੱਸਿਆ ਦਸਵੀਂ ਨੂੰ ਨਾ ਐਂ ਭਾਲਦੇ ਨੇ ਵੀ ਕੋਈ ਸ਼ਕਤੀ ਜੀ ਪਾ ਦੇ, ਬਸ ਗੱਲ ਖਤਮ, ਰੈਡੀਮੇਡ ਸਿਸਟਮ ਹੋ ਗਿਆ। ਚਲੋ ਪਿਆਰ ਵਾਲਿਓ, ਆਪਾਂ ਇਸ ਗੱਲ ਨੂੰ ਥੋੜਾ ਜਿਹਾ ਆਪਣੇ ਅੰਦਰ ਫੀਲ ਕਰੀਏ। ਪੰਜਵੇਂ ਪਾਤਸ਼ਾਹ ਦੀ ਚਰਨ ਸਰਨ ਵਿੱਚ ਪਿੰਡ ਵੱਲੋਂ ਆਪਣਾ ਭਾਂਡਾ ਤਿਆਗ ਕਰਵਾ ਕੇ, ਮੜੀਆਂ ਮਸਾਣਾ ਕਬਰਾਂ ਢਾਹ ਕੇ, ਮਨ ਚੋਂ ਆਪਣੇ ਦਿਮਾਗ ਚੋਂ ਢਾਹ ਕੇ ਗੁਰੂ ਸਾਹਿਬ ਕੋਲੇ ਪਹੁੰਚ ਗਿਆ। ਤੇ ਪੰਜਵੇਂ ਪਾਤਸ਼ਾਹ ਨੇ ਐਸੀ ਨਿਉ ਰੱਖੀ, ਐਸੀ ਨਿਉ ਰੱਖੀ। ਮੈਂ ਸੰਖੇਪ ਹੀ ਗੱਲ ਕੀਤੀ ਹੈ ਇੱਥੇ, ਬਸ ਇੰਨੀ ਲਗਨ ਦੇ ਨਾਲ ਸੇਵਾ ਕੀਤੀ। 24 ਘੰਟੇ ਬਾਬੇ ਨਾਨਕ ਦੇ ਘਰ 'ਚ ਸੇਵਾ ਕਰਨੀ ਆ, ਸਿਮਰਨ ਕਰਨਾਗਾ। ਆਖਰਕਾਰ ਲੱਕੜਾਂ ਢੋ ਕੇ, ਪਾਣੀ ਢੋ ਕੇ ਆਪਣੀ ਜ਼ਿੰਦਗੀ ਸੇਵਾ ਕਰਕੇ ਬਤੀਤ ਕਰਨੀ ਸ਼ੁਰੂ ਕਰਤੀ। ਇੱਕ ਦਿਨ ਆਉਂਦਾ, ਸੇਵਾ ਪਿਆਰੀ ਆ, ਜਾਨ ਪਿਆਰੀ ਨਹੀਂ, ਖੂਹ 'ਚ ਡਿੱਗ ਪੈਂਦਾ। ਜਦੋਂ ਆਪਾਂ ਦਰਬਾਰ ਸਾਹਿਬ 'ਚ ਐਂਟਰ ਹੁੰਦੇ ਆ ਨਾ, ਜਾਂਦਿਆਂ ਸੱਜੇ ਹੱਥ ਇੱਕ ਜਗ੍ਹਾ ਆਉਂਦੀ ਆ, ਜਿੱਥੇ ਕਿ ਭਾਈ ਮੰਝ ਦੇ ਨਾਮ ਤੇ ਪਾਵਨ ਅਸਥਾਨ ਬਣਿਆ ਹੋਇਆ। ਜਾਂਦੇ ਆ ਦਰਬਾਰ ਸਾਹਿਬ ਨੂੰ, ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਐਂਟਰ ਹੋਣ ਤੋਂ ਪਹਿਲਾਂ, ਤੇ ਉੱਥੇ ਗੁਰੂ ਪਾਤਸ਼ਾਹ ਦੇ ਲੰਗਰਾਂ ਵਾਸਤੇ ਲੱਕੜਾਂ ਲੈਣ ਗਿਆ ਜੰਗਲ ਦੇ ਵਿੱਚੋਂ। ਖੂਹੀ ਆ ਰਸਤੇ ਵਿੱਚ, ਮੇਨ ਚੁਰਾਹਾਗਾ। ਬਸ ਐਸੀ ਕੋਈ ਬਾਹ ਵਗੀ ਜਾਂ ਨਹੀਂ ਪਤਾ ਲੱਗਿਆ, ਖੂਹ ਦੇ ਵਿੱਚ ਜਾ ਡਿੱਗਿਆ। ਖੂਹ ਦੇ ਵਿੱਚ ਜਾ ਡਿੱਗਿਆ ਨਾ, ਅਰਦਾਸਾਂ ਕਰ ਰਿਹਾ ਹੈਗਾ, ਪਾਤਸ਼ਾਹ ਲੱਕੜਾਂ ਨਾ ਭੇਜਣ, ਲੰਗਰ ਦੇ ਵਿੱਚ ਖੜੋਤ ਆਜੂ, ਮੇਰੀ ਸੇਵਾ 'ਚ ਵਿਘਨ ਪੈ ਜੂ। ਬਸ ਸੁਨੇਹਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਲੱਗਿਆ ਹੈਗਾ। ਚਲੋ ਉਹ ਟੈਲੀ ਪੈਂਥੀ ਮਿਲ ਗਈ ਪਾਤਸ਼ਾਹ ਦੀ। ਆਪਾਂ ਇਦਾਂ ਪਖੰਡ ਵੀ ਨਾ ਕਰਨਾਗਾ ਵੀ ਉੱਥੇ ਕੋਈ ਇਦਾਂ ਦੀ ਕਰਾਮਾਤ ਵਾਪਰ ਗਈ ਨਾ। ਸੁਨੇਹਾ ਲੱਗ ਗਿਆ ਪੰਜਵੇਂ ਪਾਤਸ਼ਾਹ ਤੱਕ, ਜੇ ਮਰਜ਼ੀ ਲੱਗ ਗਿਆ, ਟੈਲੀ ਪੈਂਥੀ ਮਿਲ ਗਈ, ਚਾਹੇ ਕੋਈ ਸੁਨੇਹਾ ਲੱਗ ਗਿਆ। ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਤੋਂ, ਹਰਿਮੰਦਰ ਸਾਹਿਬ ਦੇ ਵਿੱਚੋਂ ਖੁਦ ਉੱਠ ਕੇ ਆਏ ਨੇ, ਖੁਦ ਉੱਠ ਕੇ ਆਏ ਨਾ। ਤੇ ਗੁਰੂ ਦੇ ਸਿੱਖ ਨੂੰ ਕੱਢਣ ਵਾਸਤੇ ਪੰਜਵੇਂ ਪਾਤਸ਼ਾਹ ਨੇ ਕਿਸੇ ਸਿੱਖ ਦੀ ਡਿਊਟੀ ਨਹੀਂ ਲਾਈ, ਆਪ ਗੁਰੂ ਪਾਤਸ਼ਾਹ ਨੇ ਰੱਸਾ ਵਗਾਇਆਗਾ। ਭਾਈ ਮੰਝ ਰੱਸੇ ਨੂੰ ਹੱਥ ਪਾਓ,
ਅੱਜ 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 ਗੁਰੂ ਪਾਤਸ਼ਾਹ ਗਰਕੀ ਚੋਂ ਕੱਢਦੇ ਨੇ, ਗਾਰ ਚੋਂ ਕੱਢਦੇ ਨੇ। ਪੰਜਵੇਂ ਪਾਤਸ਼ਾਹ ਕਹਿੰਦੇ ਰੱਸੇ ਨੂੰ ਹੱਥ ਪਾਓ ਤੇ ਤੁਹਾਨੂੰ ਬਾਹਰ ਕੱਢ ਕੇ ਬੇਨਤੀ ਕੀਤੀ ਹੈ, ਪਾਤਸ਼ਾਹ ਮੈਂ ਬਾਅਦ ਚ ਨਿਕਲੂੰਗਾ, ਪਹਿਲਾਂ ਲੱਕੜਾਂ ਕੱਢੋ, ਪਹਿਲਾਂ ਲੱਕੜਾਂ ਕੱਢੋ, ਲੰਗਰ ਚ ਵਿਘਨ ਪੈ ਜਾਊਗਾ, ਮੇਰੀ ਸੇਵਾ ਦੇ ਵਿੱਚ ਵਿਘਨ ਪੈ ਜੂ। ਪਾਤਸ਼ਾਹ ਪਹਿਲਾਂ ਸੇਵਾ ਕਬੂਲ ਕਰੋ, ਫੇਰ ਮੈਂ ਬਾਹਰ ਨਿਕਲੂੰਗਾ। ਤੇ ਗੁਰੂ ਦੇ ਸਿੱਖ ਨੇ ਨਾ ਪੰਜਵੇਂ ਪਾਤਸ਼ਾਹ ਤੋਂ ਪਹਿਲਾਂ ਆਪਣੀ ਸੇਵਾ ਤੇ ਸਾਈਨ ਕਰਵਾਏ, ਪ੍ਰਵਾਨ ਕਰ, ਪਰ ਸੇਵਾ ਪ੍ਰਵਾਨ ਕਰ ਪਹਿਲਾਂ, ਫੇਰ ਮੈਨੂੰ ਬਾਹਰ ਕੱਢੀ। ਤੇ ਪੰਜਵੇਂ ਪਾਤਸ਼ਾਹ ਨੇ ਪਹਿਲਾਂ ਸੇਵਾ ਤੇ ਸਾਈਨ ਕੀਤੇ, ਓਕੇ ਆ। ਪਾਤਸ਼ਾਹ ਨੇ ਕਿਹਾ ਨਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ, ਆ ਹੁੰਦੀ ਹੈ ਚਿੱਤ ਲਾ ਕੇ ਸੇਵਾ ਕਰਨੀ। ਜਿਹਨੇ ਚਿੱਤ ਲਾ ਕੇ ਸੇਵਾ ਕੀਤੀ, ਅਗਲੇ ਨੇ ਪ੍ਰਵਾਨ ਕਰਵਾਈ, ਇੱਥੇ ਨਾ ਹੀ ਰਹਿ ਗਿਆ ਵੀ ਮੈਂ ਸੇਵਾ ਕੀਤੀ। ਮੈਨੂੰ ਵੀ ਹੰਕਾਰ ਆ, ਤੁਹਾਨੂੰ ਵੀ ਹੋ ਸਕਦਾ ਗਾ, ਮੈਂ ਕੀਤੀ। ਜਦੋਂ ਮੈਂ ਕੀਤੀ ਆ ਗਈ ਨਾ, ਫਿਰ ਤਾਂ ਪਿੱਛੇ ਕੱਖ ਵੀ ਨਹੀਂ ਬਚਿਆ। ਗੁਰੂ ਸਾਹਿਬ ਕਹਿੰਦੇ ਫਿਰ ਤਾਂ ਮੈਂ ਸਾਈਨ ਕਰਨੀ ਨਹੀਂ, ਚੱਕੀ ਫਿਰ ਕੱਲੇ ਕਾਗਜ਼, ਚੱਕੀ ਫਿਰ ਕਾਗਜ਼ਾਂ ਦਾ ਮੁੱਲ ਨਹੀਂ, ਮੁੱਲ ਸਾਈਨਾਂ ਦਾ। ਭਾਈ ਮੰਝ ਨੇ ਸਾਈਨ ਪਹਿਲਾਂ ਕਰਵਾਏ, ਪਹਿਲਾਂ ਸਾਈਨ ਕਰਦਾ ਤਿਆ, ਫਿਰ ਬਾਹਰ ਆਉਂਗਾ। ਤੇ ਗੁਰੂ ਸਾਹਿਬ ਨੇ ਸਾਈਨ ਕੀਤੇ। ਸਤਿਗੁਰ ਕੀ ਸੇਵਾ ਗਾ ਖੜੀ, ਸਿਰ ਦੀਜੈ ਆਪ ਗਵਾਏ। ਗੁਰੂ ਦੀ ਸੇਵਾ ਕਰਨੀ ਪਾਤਸ਼ਾਹ ਕਹਿੰਦੇ ਔਖੀ ਆ, ਸਿਰ ਦੇ ਕੇ ਸਾਈਨ ਕਰਾਉਣੇ ਪੈਂਦੇ ਨੇ, ਸਿਰ ਦੇ ਕੇ ਸਾਈਨ ਕਰਾਉਣੇ ਪੈਂਦੇ ਨੇ, ਐਵੇਂ ਨਹੀਂ। ਮਾਲਕ ਨੇ ਸਾਈਨ ਕੀਤੇ, ਸੇਵਾ ਪ੍ਰਵਾਨ ਕੀਤੀ। ਭਾਈ ਮੰਝ ਨੂੰ ਕੱਢਣ ਤੋਂ ਪਹਿਲਾਂ ਲੱਕੜਾਂ ਦੀ ਭਰੀ ਬਾਹਰ ਕੱਢੀ, ਫਿਰ ਭਾਈ ਮੰਝ ਨੂੰ ਬਾਹਰ ਕੱਢਿਆ। ਭਾਈ ਮੰਝ ਨੂੰ ਬਾਹਰ ਕੱਢ ਕੇ ਨਾ ਸਤਿਗੁਰਾਂ ਨੇ ਸੀਨੇ ਦੇ ਨਾਲ ਲਾ ਲਿਆ ਤੇ ਕੀ ਕਿਹਾ ਸੀਗਾ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ ਭਾਈ। ਤੇ ਪੰਜਵੇਂ ਪਾਤਸ਼ਾਹ ਨੇ ਪਿਆਰਾ ਲਫ਼ਜ਼ ਵਰਤਿਆ ਨਾ, ਮੰਝ ਪਿਆਰਾ ਗੁਰੂ ਕੋ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ ਭਾਈ। ਮੇਰੇ ਵਿੱਚ, ਇਹਦੇ ਅਰਥ ਕੀ ਬਣ ਗਏ, ਮੇਰੇ ਵਿੱਚ ਤੇ ਭਾਈ ਮੰਝ ਵਿੱਚ ਕੋਈ ਅੰਤਰ ਨਹੀਂ ਹੈ। ਤੂੰ ਹੀ ਮੋਹੀ, ਮੋਹੀ ਤੂੰ ਹੀ, ਅੰਤਰ ਕੈਸਾ। ਤੇਰੇ ਵਿੱਚ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਅੰਤਰ ਕੀ ਆ, ਫਰਕ ਕੀ ਆ। ਤੇ ਦਸਵੇਂ ਪਾਤਸ਼ਾਹ ਨੇ ਪਿਆਰਾ ਲਫ਼ਜ਼ ਦਿੱਤਾ ਨਾ, ਆ ਮੇਰਾ ਪਹਿਲਾ ਸਿੱਖ ਪਿਆਰਾ ਭਾਈ ਦਇਆ ਸਿੰਘ ਜੀ, ਪਿਆਰਾ ਭਾਈ ਧਰਮ ਸਿੰਘ ਜੀ, ਪਿਆਰਾ ਭਾਈ ਹਿੰਮਤ ਸਿੰਘ ਜੀ, ਪਿਆਰਾ ਭਾਈ ਮੋਹਕਮ ਸਿੰਘ ਜੀ, ਪਿਆਰਾ ਭਾਈ ਸਾਹਿਬ ਸਿੰਘ ਜੀ। ਪਿਆਰਾ ਲਫ਼ਜ਼ ਮੂਹਰੇ ਲਾਇਆ ਤੇ ਪਿਆਰੇ ਲਫ਼ਜ਼ ਦੀ ਦਾਤ ਗੁਰੂ ਨਾਨਕ ਨੇ ਬਖਸ਼ੀ ਆ ਪੰਜਵੇਂ ਰੂਪ ਵਿੱਚ। ਪੰਜਵੇਂ ਚ ਬਖਸ਼ਿਸ਼ ਕਰਤੀ ਨਾ ਪਿਆਰੇ ਦੀ। ਤੇ ਅੱਜ ਪਿਆਰਾ ਕੌਣ ਕਿਹਨੂੰ ਕਹਿੰਦਾਗਾ, ਅੱਜ ਬਖਸ਼ਿਸ਼ ਲੈਣ ਜਾਂਦੇ ਆ ਅਸੀਂ, ਉਹ ਹੋਰ ਹੀ ਤਰ੍ਹਾਂ ਦੀਆਂ ਬਖਸ਼ਿਸ਼ਾਂ ਨੇ, ਇਦਾਂ ਸ਼ਬਦਾਂ ਦੀਆਂ ਬਖਸ਼ਿਸ਼ਾਂ ਨਹੀਂ ਲੈਣ ਜਾਂਦੇਗੇ ਵੀ ਪਾਤਸ਼ਾਹ ਮੈਨੂੰ ਕੋਈ ਭਾਈ ਮੰਝ ਵਾਲੀ ਬਖਸ਼ੀ ਦੇ ਦਿਓ। ਪਿਆਰਾ ਕਹਿ ਦਿਓ ਮੈਨੂੰ, ਮੈਨੂੰ ਸਿੱਖ ਹੀ ਕਹਿ ਦੋ, ਮੈਨੂੰ ਸੇਵਕੀ ਬਣਾ ਲਓ ਆਪਦਾ, ਮੈਨੂੰ ਬਾਬਾ ਹੀ ਕਹਿ ਦੋ, ਤੁਸੀਂ ਕਹਿ ਦੋ ਬਾਬਾ, ਮੈਨੂੰ ਬੜਾ ਮਾਣ ਹੋਣਾਗਾ ਜੇ ਤੁਸੀਂ ਮੈਨੂੰ ਬਾਬਾ ਕਹਿ ਕੇ ਬੁਲਾਵੋ, ਮੈਨੂੰ ਪਿਆਰਾ ਕਹਿ ਕੇ ਬੁਲਾਵੋ, ਮੈਨੂੰ ਸਿੱਖ ਸੇਵਕ ਕਹਿ ਕੇ ਬੁਲਾਵੋ, ਮੈਨੂੰ ਬੜਾ ਹੀ ਪਿਆਰਾ ਲੱਗਦਾ। ਕੋਈ ਬਿਰਲੇ ਹੀ ਬੇਨਤੀ ਕਰਦਾ ਆ ਤਾਂ, ਤੇ ਬੇਨਤੀ ਕਿਹੜੀ ਕਰਦੇ ਆ, ਹੈ ਤਾਂ ਖਰੀ ਜੀ ਗੱਲ ਹੀ ਆ, ਲੱਗੂ ਦੁੱਖ ਵੀ ਪਾਤਸ਼ਾਹ ਮੈਨੂੰ ਪ੍ਰਧਾਨਗੀ ਕਿੱਦੇ ਦੇਵੋਗੇ, ਫਿਰ ਆ ਬੇਨਤੀ ਜ਼ਰੂਰ ਆ, ਮੈਨੂੰ ਖਜ਼ਾਨਾ ਮੰਤਰੀ ਕਿੱਦੇ ਬਣਾਓਗੇ, ਫਿਰ ਮੈਂ ਤਾਂ ਹੀ ਗੁਰਦੁਆਰੇ ਬਾਹਲਾ ਮੁੱਲ ਦਿਖਾਉਣਾਗਾ, ਮੈਨੂੰ ਬਣਾਓ ਕੁਛ। ਤੇ ਗੁਰੂ ਦੇ ਸਿੱਖ ਕੀ ਕਹਿੰਦੇ ਆ, ਉਹ ਕੁਛ ਨਹੀਂ ਕਹਿੰਦੇ, ਪਹਿਲਾਂ ਸੇਵਾ ਪ੍ਰਵਾਨ ਕਰ ਲਾ। ਸੇਵਾ ਪ੍ਰਵਾਨ ਕਰਨ ਤੋਂ ਬਾਅਦ ਪਿਆਰਾ ਬਣਾ ਲਿਆ ਆਪਦਾ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ ਭਾਈ। ਆਪਾਂ ਵੀ ਗੁਰੂ ਅੱਗੇ ਬੇਨਤੀ ਕਰੀਏ, ਦਾਤਿਆ ਜਿਵੇਂ ਭਾਈ ਮੰਝ ਤੇ ਕਿਰਪਾ ਕੀਤੀ ਆ, ਸਾਡੇ ਤੇ ਵੀ ਕਿਰਪਾ ਕਰੋ। ਗੁਰੂ ਪਾਤਸ਼ਾਹ ਨੇ ਭਾਈ ਮੰਝ ਦੀ ਸੇਵਾ ਪ੍ਰਵਾਨ ਕਰਕੇ ਆਪਣਾ ਤੇ ਗੁਰੂ ਪਾਤਸ਼ਾਹ ਦੇ ਸੇਵਾਦਾਰ ਦਾ ਜੀਵਨ ਆ ਜਿਹੜਾ, ਉਹਨੂੰ ਇੱਕ ਬਣਾਤਾ। ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ। ਅਸੀਂ ਵੀ ਇਦਾਂ ਬੇਨਤੀ ਕਰੀਏ, ਫਿਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਨਹੀਂ ਅਨੇਕਾਂ ਸਖੀ ਸਰਵਰੀਏ, ਅਨੇਕਾਂ ਭਾਵ ਜਿੰਨੇ ਵੀ ਮੜੀਆਂ ਮਸਾਣਾ ਕਬਰਾਂ ਪੂਜਣ ਵਾਲੇ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਚਰਨਾਂ ਵਿੱਚ ਰੋਜ਼ ਜਾਣ ਲੱਗੇ। ਰੋਜ਼ ਜਾਣ ਤੋਂ ਭਾਵ ਕੀ ਹੈ, ਇੱਕ ਛੋਟੀ ਸੰਖੇਪ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰ ਦਾਂਗੇ। ਇਹਦੇ ਵਿੱਚ ਭਾਈ ਬਹਿਲੋ ਜੀ ਵਰਗੇ ਵੀ ਆਉਣਗੇ ਜਿਹੜੇ ਆਪਣੇ ਇਲਾਕੇ ਦੇ ਨੇ। ਇਹਨਾਂ ਨੂੰ ਪਤਾ ਲੱਗ ਗਿਆ ਸੀ ਨਾ ਮੰਝ ਦਾ ਵਗ ਗਿਆ, ਮੈਂ ਰਹਿ ਗਿਆ। ਕੁਦਰਤੀ ਗੱਲ ਆ, ਇਹ ਬੰਦੇ ਅੰਦਰ ਰੁਚੀ ਹੋਣੀ ਚਾਹੀਦੀ ਹੈ ਵੀ ਉਹ ਤਾਂ ਗੁਰਦੁਆਰੇ ਵਗ ਗਿਆ, ਯਾਰ ਮੇਰੇ ਅੰਦਰ ਕਿੱਦੇ ਭਾਵਨਾ ਜਾਗੂ, ਮੈਂ ਜਾਵਾਂ, ਮੈਂ ਵੀ ਚੱਲਾਂ। ਰੀਸ ਤਾਂ ਕਰਨੀ ਚਾਹੀਦੀ ਨਾ, ਚੰਗਿਆਂ ਦੀ, ਮਾੜੇ ਕੰਮਾਂ ਦੀ ਰੀਸ ਨਹੀਂ, ਚੰਗੇ ਕੰਮ ਦੀ ਰੀਸ ਕਰੋ। ਉਹ ਜਪਜੀ ਸਾਹਿਬ ਰੋਜ਼ ਪੜ੍ਹਦਾ, ਲੈ ਮੈਂ ਵੀ ਪੜ੍ਹਿਆ ਕਰੂੰਗਾ। ਉਹ ਰੋਜ਼ ਨਿਤਨੇਮ ਕਰਦਾ, ਮੈਂ ਵੀ ਕਰਿਆ ਕਰੂੰਗਾ। ਉਹ ਰੋਜ਼ ਸਹਿਜ ਪਾਠ ਕਰਦਾ, ਮੈਂ ਵੀ ਕਰੂੰਗਾ। ਰੀਸ ਕਰਨੀ ਆ ਚੰਗੇ ਕੰਮ ਦੀ।
गुरु पातशाह किरपा करना। ਇਹ ਰੀਸ ਕੀਤੀ ਭਾਈ ਬਹਿਲੋ ਨੇ, ਇਹ ਵੀ ਚੱਲਿਆ, ਇਹ ਵੀ ਆਪਣੇ ਇਲਾਕੇ ਦਾ ਮੋਢੀ ਸੀ ਸਖੀ ਸਰਵਰਗਾਂ ਦਾ। ਇਹ ਫਿਰ ਆਪਾਂ ਨੂੰ ਪਤਾ ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਵੀ ਸੇਵਾ ਦੇ ਵਿੱਚ ਪ੍ਰਵਾਨ ਹੋ ਗਿਆ ਸੀਗਾ। ਤੇ ਭਾਈ ਬਹਿਲੋ ਜੀ ਦੀ ਸੇਵਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਖੁਦ ਪ੍ਰਵਾਨ ਕੀਤੀ ਆ, ਸੈਨ ਕਰਤੇ ਸੀ, ਓਕੇ ਆ। ਤੇ ਅੱਜ ਕਿੱਡੇ ਕਿੱਡੇ ਸਥਾਨ ਉਹਨਾਂ ਸੇਵਾਦਾਰਾਂ ਦੀ ਯਾਦ ਵਿੱਚ ਉਸਰੇ ਹੋਏ ਨੇਗੇ। ਸੋ ਗੁਰੂ ਕਿਰਪਾ ਕਰੇ। ਫਿਰ ਪਾਤਸ਼ਾਹ ਜੀ ਦੀ ਇਹ ਸੋਭਾ ਕਿਉਂ ਸੋਭਾ ਗਈ? ਕਿਉਂਕਿ ਗੁਰੂ ਪਾਤਸ਼ਾਹ ਦੇ ਸਿਧਾਂਤ ਆਪਾਂ ਸੁਣ ਲਏ ਸੀ ਨਾ ਪਹਿਲਾਂ, ਮੈਂ ਦੁਬਾਰਾ ਰਿਪੀਟ ਕਰਨ ਲੱਗਿਆ। ਕਿਸੇ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਹਨੂੰ ਗੁਰੂ ਘਰ ਨਹੀਂ ਕਿਹਾ ਜਾਂਦਾ। ਗੁਰੂ ਘਰ ਕੇਵਲ ਅਲੱਗ। ਕਿਉਂ ਅਲੱਗ ਆ? ਇਹ ਤਾਂ ਅਲੱਗ ਆ, ਇੱਥੇ ਗੁਰੂ ਦੇ ਦੱਸੇ ਹੋਏ ਕੰਮ ਕੀਤੇ ਜਾਂਦੇ ਨੇ। ਨੰਬਰ 1 ਭਜਨ ਮਿਲਦਾ, ਨੰਬਰ 2 ਭੋਜਨ ਮਿਲਦਾ, ਨੰਬਰ 3 ਇੱਥੇ ਪਿਆਰ ਮਿਲਦਾ। ਦਰਸਕੋ ਦੀ ਗੱਲ ਸੁਣ ਲਈ ਸੀ ਨਾ, ਉਹਨੂੰ ਵੀ ਭਾਵ ਇੱਥੇ ਦਵਾਈ ਮਿਲੀ, ਤੰਦਰੁਸਤੀ ਮਿਲੀ। ਪਿਆਰ ਮਿਲਦਾ ਨਾ, ਇੱਥੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਗਿਆ। ਪਰ ਉਦੋਂ ਪੀਤਾ ਉਹਨਾਂ ਨੇ, ਉਹਨਾਂ ਅੰਦਰੋਂ ਹਉਮੈ ਦਾ, ਹੰਕਾਰ ਦਾ ਫੋੜਾ ਫੁੱਟ ਗਿਆ ਸੀ। ਉਹਨਾਂ ਨੂੰ ਪਾਣੀ ਵੀ ਪਿਲਾਇਆ ਨਾ, ਪਿਆਰ ਮਿਲਦਾ ਇੱਥੇ। ਫਿਰ ਇੱਥੇ ਭਗਤੀ ਮਿਲਦੀ ਆ, ਇੱਥੇ ਸ਼ਕਤੀ ਮਿਲਦੀ ਆ, એનર્ਜੀ ਮਿਲਦੀ ਆ, ਜੋਸ਼ ਮਿਲਦਾ। ਇਹ ਨਾਨਕ ਦੇ ਘਰ ਦੀ ਮਰਜ਼ਾਦਾ। ਇੱਥੇ ਸਭ ਤੋਂ ਪਹਿਲਾਂ ਅੰਦਰ ਐਂਟਰ ਹੋਣ ਤੋਂ ਪਹਿਲਾਂ ਆਪਾਂ ਕਿਸ ਚੀਜ਼ ਦੇ ਦਰਸ਼ਨ ਕਰਦੇ ਆ? ਜੋੜਾ ਘਰ ਦੇ। ਪਰ ਉਹ ਵੀ ਇੱਕ ਪ੍ਰਮੁੱਖ ਨਿਸ਼ਾਨੀ ਆ ਬਾਬੇ ਨਾਨਕ ਦੇ ਘਰ ਦੀ। ਜੁੱਤੀ ਘਰ ਨਹੀਂ ਕਿਤੇ ਲਿਖਿਆ ਮਿਲੂਗਾ। ਹਾਂ, ਕੋਈ ਬੈਂਕ ਦੇ ਵਿੱਚ RSS ਦਾ ਬੰਦਾ ਵਿੱਚ ਵੜ ਕੇ ਇਹ ਲਫ਼ਜ਼ ਨੂੰ ਬਦਲ ਦੇ ਅੱਜ ਤਾਂ ਕਹਿ ਨਹੀਂ ਸਕਦੇ। ਪਰ ਨਾਨਕ ਦੇ ਘਰ ਦੀ ਜੋ ਮਰਜ਼ਾਦਾ, ਜੋੜਾ ਘਰ ਹੀ ਆ। ਭਾਵੇਂ ਕਿਸੇ ਦੀ ਜੁੱਤੀ ਹੋਵੇ, ਭਾਵੇਂ ਰਕਾਬੀ ਹੋਵੇ, ਭਾਵੇਂ ਕੁਛ ਵੀ ਹੋਵੇ, ਪਰ ਲਿਖਿਆ ਕੀ ਮਿਲੂਗਾ? ਜੋੜਾ ਘਰ। ਇੱਥੇ ਪਹਿਲਾ ਸਿਧਾਂਤ ਆ, ਜੋੜਿਆ ਜਾਂਦਾ, ਤੋੜਿਆ ਨਹੀਂ ਜਾਂਦਾ। ਇੱਥੋਂ ਦਾ ਸਿਧਾਂਤ ਆ, ਇੱਥੇ ਜੋੜਿਆ ਜਾਂਦਾ ਬਸ। ਗੁਰੂ ਕਿਰਪਾ ਕਰੇ। ਇੱਥੋਂ ਦਾ ਸਿਧਾਂਤ, ਇੱਥੇ ਆਏ ਨੂੰ ਦਵਾਈ ਮਿਲਦੀ ਆ। ਗੁਰੂ ਨਾਨਕ ਸਾਹਿਬ ਨੇ ਦਵਾਈਆਂ ਦਾ ਆਰੰਭ ਕੀਤਾ ਸੀ। 7ਵੇਂ ਪਾਤਸ਼ਾਹ ਖੁਦ ਡਾਕਟਰ ਸੀ। ਉਸ ਤੋਂ ਬਾਅਦ ਕੀਰਤਪੁਰ ਦਵਾਖਾਨਾ ਖੁੱਲਿਆ। ਅੱਜ ਵੀ ਬਹੁਤੇ ਥਾਵਾਂ ਤੇ ਡਿਸਪੈਂਸਰੀ ਆਪਾਂ ਨੂੰ ਗੁਰੂ ਦੇ ਘਰ 'ਚ ਮਿਲਦੀ ਹੁੰਦੀ ਆ। ਇੱਥੇ ਦਵਾਈ ਵੀ ਮਿਲਦੀ ਆ। ਇੱਥੇ ਦੁਆ ਵੀ ਸੁਣੀ ਜਾਂਦੀ ਆ, ਦੁਆ ਸੁਣੀ ਜਾਂਦੀ ਆ, ਦਵਾਈ ਮਿਲਦੀ ਆ। ਇਹ ਕਾਹਨ ਸਿੰਘ ਨਾਭੇ ਨੇ ਲਿਖਿਆ ਵੀ ਗੁਰਦੁਆਰੇ ਦੀਆਂ ਨਿਸ਼ਾਨੀਆਂ। ਗੁਰੂ ਕਿਰਪਾ ਕਰੇ ਸਾਨੂੰ ਇਹ ਨਿਸ਼ਾਨੀਆਂ ਜ਼ਰੂਰ ਚੇਤੇ ਹੋਣ, ਤਾਂ ਅਸੀਂ ਕਹਿ ਸਕਦੇ ਹਾਂ ਵੀ ਗੁਰੂ ਦਾ ਘਰ ਆ। ਤੇ ਜੇ ਗੁਰੂ ਘਰ ਦੇ ਵਿੱਚ ਗੁਰੂ ਦੇ ਦੱਸੇ ਹੋਏ ਕੰਮ ਨਹੀਂ ਕੀਤੇ ਜਾਂਦੇ, ਫਿਰ ਪਿਆਰ ਵਾਲਿਓ ਉਹਨੂੰ ਆਪਾਂ ਗੁਰੂ ਦਾ ਘਰ ਨਹੀਂ ਕਹਿ ਸਕਾਂਗੇ, ਉਹਨੂੰ ਆਪਾਂ ਕਿਸੇ ਬੰਦੇ ਦਾ ਘਰ ਕਹਿ ਸਕਾਂਗੇ। ਉਹ ਇਸ਼ਾਰਾ ਆਪਾਂ ਪਹਿਲਾਂ ਕਰ ਲਿਆ। ਗੁਰੂ ਇੱਥੇ ਵੀ ਆ, ਗੁਰੂ ਕਿਸੇ ਦੇ ਘਰੇ ਵੀ ਜਾਂਦਾ। ਉਹ ਗੁਰੂ ਦਾ ਘਰ ਨਹੀਂ, ਗੁਰੂ ਦਾ ਘਰ ਆਹਾ। ਇਹ ਕਿਉਂ ਕਿਹਾ ਜਾਂਦਾਗਾ? ਕਿਉਂਕਿ ਇੱਥੇ ਨਿਸ਼ਾਨੀਆਂ ਅਲੱਗ ਤੋਂ ਨੇ। ਸੋ ਗੁਰੂ ਕਿਰਪਾ ਕਰੇ। 5ਵੇਂ ਪਾਤਸ਼ਾਹ ਜੀ ਨੇ ਬਹੁਤ ਸੱਚ ਦਾ ਪ੍ਰਚਾਰ ਕੀਤਾ। ਕੁਝ ਜੋ ਬਾਕੀ ਇਤਿਹਾਸ ਬਚਦਾ ਆਪਾਂ ਕੱਲ ਨੂੰ ਸੁਣਾਂਗੇ। ਇੱਥੇ ਵਿਚਾਰ ਸਮਾਪਤ ਹੈ। ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੀ ਰਚਨਾ ਕਿਵੇਂ ਕਰਦੇ ਆ, ਕਿਵੇਂ ਕਰਵਾਉਂਦੇ ਆ। ਸਭ ਦਾ ਭਲਾ ਹੋਵੇ। ਮਾਲਕ ਚੜ੍ਹਦੀ ਕਲਾ ਬਖਸ਼ੇ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।